बिस्मिल्लाहिर्रहमानिर्रहीम। ये कादरी साहब ने ऐनक लाई सी आला हजरत भी आखिरी वादी ऐनक इस्तेमाल करते रहे ने ते वो सबक सन इलियास कादरी साहब ने अगले दिन वेखे को ऐनक ओ अल्लाह दे बंदे जो लोग दिलों दे हाल जानदे ने इन्हां ने ऐनकां क्यों लाईयां ने वाजे मौका भी साडा कि करामत दा हर मौके ते हर टाइम ही हुंदे रहना कोई जरूरत और घोड़े दी ऐनक ला के घोड़े दी ऐनक ये अजमेर शरीफ वाले ने नहीं बनाई ना ये कैमरा अजमेर शरीफ वाले ने बनाया इब्न हैथम फादर ऑफ ऑप्टिक्स एंड डिस्क्राइबर ऑफ बीएन थ्योरी एक क्रेडिट मुसलमानों को खो के अपने अब्बियां नु देण दे उत्ते टुले हैं तसव्वुफ की सूफिया की किताबें हैं या बड़ी बात है बाद वाले उलमा की किताबें जरूरी नहीं उनकी हर बात को इल्हाद दे प्रमोटर ना बनो दीने इस्लाम दे प्रमोटर बनो आज भी कोई अंग्रेज भी अगर किताब लिख रहा है जिनके माइकल हार्ट ने लिखी सी 100 मोस्ट इन्फ्लुएंशियल पीपल ऑफ द वर्ल्ड ਉਹਦੇ ਵਿੱਚ ਉਹਨੇ ਮੇਰੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਨਾਮ ਸਭ ਤੋਂ ਪਹਿਲੇ ਨੰਬਰ ਉੱਤੇ ਰੱਖਿਆ। ਲਓ ਜੀ ਆਖਿਰ ਤੇ ਟਾਈਮ ਹੋ ਗਿਆ ਹੁਣ ਮਿਰਜ਼ਾ ਸਾਹਿਬ ਵਾਸਤੇ ਪੱਤੀਆਂ ਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕੁਝ ਦਿਹਾੜਿਆਂ ਤੋਂ ਮਿਰਜ਼ਾ ਇੰਜੀਨੀਅਰ ਦਾ ਇੱਕ ਕਲਿੱਪ ਬੜਾ ਵਾਇਰਲ ਹੋਇਆ ਖੜਾ ਹੈ ਜਿਹਦੇ ਚੋਂ ਆਂਦਾ ਜੀ ਕਿ ਇਹ ਐਨਕਾਂ ਕਿਉਂ ਲਾਉਂਦੇ ਨੇ, ਐਨਕਾਂ ਦੇ ਉੱਤੇ ਇਤਰਾਜ਼ ਕਰ ਰਿਹਾ ਜੀ ਕਿ ਮੈਂ ਕੁਝ ਦਿਨ ਪਹਿਲੇ ਦੇਖਿਆ ਇਲਿਆਸ ਕਾਦਰੀ ਸਾਹਿਬ ਨੇ ਵੀ ਐਨਕ ਲਾਈ ਸੀ, ਇਹਦੋਂ ਤੋਂ ਪਹਿਲੇ ਜਿਹੜਾ ਨਾ ਉਹ ਆਲਾ ਹਜ਼ਰਤ ਵੀ ਆਖਰੀ ਵਕਤ ਦੇ ਵਿੱਚ ਐਨਕ ਇਸਤੇਮਾਲ ਕਰਦੇ ਸਨ। ਜਿਹੜੇ ਲੋਕੀ ਦਿਲਾਂ ਦੇ ਹਾਲ ਜਾਣਦੇ ਨੇ ਐਨਕਾਂ ਕਿਉਂ ਲਾਉਂਦੇ ਨੇ? आला हजरत भी आखिरी वादी ऐनक इस्तेमाल करते रहे ने ते वो गौसे बख्श सन इलियास कादरी साहब ने अगले दिन वेख्या को ऐनक ओ अल्लाह दे बंदे जो लोग दिलों दे हाल जानदे ने इन्हां ने ऐनकां क्यों लाईयां ने डायरेक्ट पढ़न ना ओ जो वेख के उर्दू नहीं पढ़ सकते बगैर ऐनक दे। ਪਹਿਲਾਂ ਤਾਂ ਮਿਰਜ਼ਾ ਸਾਹਿਬ ਤੁਹਾਡੇ ਕੋਲੋਂ ਸਵਾਲ ਇਹ ਵੇ ਕਿ ਤੁਸੀਂ ਇਹ ਦੱਸਣਾ ਕਿ ਕਿਹੜੇ ਬੰਦੇ ਨੇ ਤੁਹਾਨੂੰ ਇਹ ਗੱਲ ਦੱਸੀ? ਕੌਣ ਬੰਦਾ ਕਹਿੰਦਾ ਹੈ ਕਿ ਮੀਰੇ ਅਹਿਲੇ ਸੁਨਨਤ ਦਿਲਾਂ ਦੇ ਹਾਲ ਜਾਣਦੇ ਨੇ ਜਾਂ ਆਲਾ ਹਜ਼ਰਤ ਦਿਲਾਂ ਦੇ ਹਾਲ ਜਾਣਦੇ ਹੁੰਦੇ ਸਨ? ਇਹਦਾ ਜ਼ਰਾ ਤੁਸੀਂ ਜਵਾਬ ਦੇਣਾ। ਤੇ ਜਿਸ ਬੰਦੇ ਗੱਲ ਕੀਤੀ ਉਸ ਕੋ ਦਲੀਲ ਨਹੀਂ ਦਿੱਤੀ, ਐਵੇਂ ਗੱਲ ਕੀਤੀ ਸੀ, ਇਹ ਵੀ ਜ਼ਰਾ ਦੱਸਣਾ। ਇਹਦੇ ਤੋਂ ਬਾਅਦ ਇਹ ਕਿ ਜਿਹੜੀਆਂ ਕਰਾਮਾਤ ਦੇ ਹਵਾਲੇ ਨਾਲ ਮਿਰਜ਼ਾ ਸਾਹਿਬ ਤੁਸੀਂ ਐਵੇਂ ਬੇਬਾਕਾਨਾ ਅੰਦਾਜ਼ ਦੇ ਵਿੱਚ ਮਜ਼ਾਕ ਉਡਾਉਂਦੇ ਹੋ, ਇਸ ਤਰੀਕੇ ਦਾ ਕੰਮ ਕਰਦੇ ਹੋ, ਇਹ ਬੜੀ ਨੁਕਸਾਨਦੇਹ ਚੀਜ਼ ਹੈ। ਉਹਦੀ ਵਜ੍ਹਾ ਇਹ ਵੇ ਤੁਹਾਨੂੰ ਲੱਗਦਾ ਕਿ ਬਸ ਇੰਨਾ ਕੰਮ ਕਰਤਾ ਗੱਲ ਖਤਮ ਹੋ ਗਏ, ਲੇਕਿਨ ਨਹੀਂ। ਜਿਹੜੇ ਸੋਚਦੇ ਦਿਮਾਗ ਨੇ ਉਹ ਅੱਗਿਓਂ ਇਹਨਾਂ ਗੱਲਾਂ ਤੋਂ ਨਤੀਜੇ ਕੱਢਦੇ ਨੇ। ਉਹ ਨਤੀਜੇ ਐਡੇ ਖਤਰਨਾਕ ਕੱਢਦੇ ਨੇ। ਮੈਂ ਤੁਹਾਡੇ ਇੱਕ ਸਟੂਡੈਂਟ ਦੀ ਗੱਲ ਤੁਹਾਨੂੰ ਸੁਣਾਉਣਾ ਹੈ ਜਿਹਨੇ ਬਾਅਦ ਚ ਤੁਹਾਡੇ ਇਸ ਕਲਿੱਪ ਨੂੰ ਵੇਖ ਕੇ ਮੈਨੂੰ ਮੈਸੇਜ ਕੀਤਾ, ਜਿਹਦੀ ਵਜ੍ਹਾ ਤੋਂ ਮੈਂ ਇਸ ਕਲਿੱਪ ਦੇ ਹਵਾਲੇ ਨਾਲ ਜਿਹੜਾ ਨਾ ਉਹ ਕੁਛ ਅਰਜ਼ ਕਰਨ ਦੀ ਕੋਸ਼ਿਸ਼ ਕੀਤੀ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ। ਗੱਲ ਇਹ ਜ਼ਿਹਨ ਚ ਰੱਖਣ ਦੀ ਹੈ ਕਿ ਕਰਾਮਾਤ ਦੇ ਹਵਾਲੇ ਨਾਲ ਬੜਾ ਵਾਜ਼ਿਹ ਮੌਕਾ ਹੈ ਸਾਡਾ ਕਿ ਕਰਾਮਤ ਦਾ ਹਰ ਮੌਕੇ ਤੇ ਹਰ ਟਾਈਮ ਹੀ ਹੁੰਦੇ ਰਹਿਣਾ ਕੋਈ ਜ਼ਰੂਰੀ ਨਹੀਂ ਹੈ। ਐਨ ਮੁਮਕਿਨ ਹੈ ਇੱਕ ਮੌਕੇ ਤੇ ਇੱਕ ਕਰਾਮਤ ਹੋਏ, ਉਹੀ ਮੌਕਾ ਦੁਬਾਰਾ ਆਏ ਤੇ ਕਰਾਮਤ ਦਾ ਜ਼ਹੂਰ ਨਾ ਹੋਏ। ਉਦੋਂ ਜ਼ਾਹਿਰ ਕਰਨਾ ਅੱਲਾਹ ਤਾਲਾ ਨੂੰ ਮਨਜ਼ੂਰ ਸੀ, ਅੱਲਾਹ ਤਾਲਾ ਨੇ ਜ਼ਾਹਿਰ ਕਰਤੀ। ਹੁਣ ਜ਼ਾਹਿਰ ਨਾ ਕਰਨਾ ਅੱਲਾਹ ਤਾਲਾ ਨੂੰ ਮਨਜ਼ੂਰ, ਅੱਲਾਹ ਤਾਲਾ ਨੇ ਜ਼ਾਹਿਰ ਨਹੀਂ ਕੀਤੀ। ਇਹ ਤੇ ਇਹ ਰਹਿ ਗਈ ਸਾਡਾ ਤੇ ਮੌਜਜ਼ੇ ਤੱਕ ਦੇ ਬਾਰੇ ਚ ਇਹੀ ਅਕੀਦਾ ਹੈ ਕਿ ਮੌਜਜ਼ਾ ਵੀ ਅੱਲਾਹ ਤਾਲਾ ਦਾ ਹੀ ਫਜ਼ਲ ਹੁੰਦਾ ਹੈ। ਅੱਲਾਹ ਤਾਲਾ ਚਾਹੁੰਦਾ ਜ਼ਹੂਰ ਹੋ ਜਾਂਦਾ, ਅੱਲਾਹ ਤਾਲਾ ਚਾਹੁੰਦਾ ਨਹੀਂ ਹੁੰਦਾ। ਬਦਰ ਦੇ ਵਿੱਚ ਫਰਿਸ਼ਤੇ ਆ ਜਾਂਦੇ ਨੇ ਮਦਦ ਵਾਸਤੇ, ਉਹ ਦੇ ਵਿੱਚ ਥੋੜਾ ਜਿਹਾ ਨੁਕਸਾਨ ਹੋ ਜਾਂਦਾ। ਹੁਣ ਜੇ ਕੋਈ ਇਹ ਸਵਾਲ ਚੁੱਕਣਾ ਸ਼ੁਰੂ ਕਰੇ ਤੇ ਗੱਲ ਕਿੱਥੇ ਜਾ ਕੇ ਮੁੱਕੇਗੀ? ਇਸੇ ਤਰੀਕੇ ਦੇ ਨਾਲ ਇੱਕ ਜਗ੍ਹਾ ਰਸੂਲullah ਖਾਣਾ ਖਾਣ ਲਈ ਤਸ਼ਰੀਫ ਲੈ ਜਾਂਦੇ ਨੇ, ਸਹਾਬਾ ਸਾਰਿਆਂ ਨੂੰ ਨਾਲ ਲੈ ਜਾਂਦੇ ਨੇ, ਜਿਹੜੇ ਉਸ ਟਾਈਮ ਮੌਜੂਦ ਸਨ, ਜਿਹੜੇ ਮਿਹਨਤ ਕਰ ਰਹੇ ਸਨ, ਸਾਰਿਆਂ ਨੂੰ ਨਾਲ ਲੈ ਜਾਂਦੇ ਨੇ। ਤੇ ਹਾਲਾਤ ਇਹ ਵੇ ਕਿ ਥੋੜਾ ਜਿਹਾ ਖਾਣਾ ਸਾਰਿਆਂ ਨੂੰ ਪੂਰਾ ਆ ਜਾਂਦਾ ਤੇ ਦੂਜੇ ਪਾਸੇ ਇਹ ਕਿ ਰਸੂਲullah ਦੇ ਘਰ ਫਾਕੇ ਵੀ ਰਹੇ। ਤੇ ਇਹਨਾਂ ਦੋਨਾਂ ਗੱਲਾਂ ਨੂੰ ਤੁਸੀਂ ਕਿੰਜ ਜੋੜੋਗੇ ਤੇ ਕੀ ਆਖੋਗੇ? ਇਸ ਵਜ੍ਹਾ ਤੋਂ ਇੰਜ ਦੀਆਂ ਗੱਲਾਂ ਮਿਰਜ਼ਾ ਜੀ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਆਪ ਦੇਖੋ ਮੌਲਾ ਅਲੀ ਦੇ ਹਵਾਲੇ ਨਾਲ ਖੈਬਰ ਦੇ ਮੌਕੇ ਤੇ ਅੱਖਾਂ ਦੇ ਲਾਬੇ ਦਹਨ ਲਾਇਆ, ਸਹੀ ਹੋ ਗਿਆ। ਇਸੇ ਤਰੀਕੇ ਨਾਲ ਇੱਕ ਸਾਬੀ ਦੀ ਲੱਤ ਟੁੱਟੀ, ਉਹ ਸਹੀ ਕਰਤੀ। ਇੱਕ ਸਾਬੀ ਡੇਲਾ ਲਾ ਕੇ ਆ ਗਏ ਕਿ ਯਾ ਰਸੂਲullah ਡੇਲਾ ਨਿਕਲ ਗਿਆ, ਲਗਾਇਆ ਤੇ ਬਿਲਕੁਲ ਸਹੀ ਹੋ ਗਿਆ। ਤੇ ਖੁਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੇ ਉੱਪਰ ਜਦੋਂ ਰਸੂਲullah ਦੇ ਇੰਤਕਾਲ ਦਾ ਵਕਤ ਕਰੀਬ ਆਇਆ ਤੇ ਕਿਸ ਕਦਰ ਰਸੂਲullah ਤੇ ਕੈਫੀਅਤ ਜਿਹੜੀ ਉਹ ਤਾਰੀ ਹੋਈ। ਹੁਣ ਕੋਈ ਬੰਦਾ ਕਹੇ ਜਿਹੜੇ ਨਾਉਜ਼ ਬਿਲਾ ਉਦੋਂ ਇਲਾਜ ਕਰ ਰਹੇ ਸੀ ਹੁਣੇ ਆਪਣੇ ਆਪ ਨੂੰ ਠੀਕ ਕਿਉਂ ਨਹੀਂ ਕਰ ਰਹੇ? ਤੇ ਮਿਰਜ਼ਾ ਜੀ ਇੰਜ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹਦੀ ਵਜ੍ਹਾ ਇਹ ਵੀ ਕਿ ਜਿਹੜੀ ਵੀ ਚੀਜ਼ ਹੁੰਦੀ ਹੈ ਅੱਲਾਹ ਤਾਲਾ ਦੇ ਫਜ਼ਲ, ਅੱਲਾਹ ਦੇ ਕਰਮ, ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਹੁੰਦੀ ਹੈ। ਤੇ ਜਿਹੜੇ ਟਾਈਮ ਜਿੰਜ ਅੱਲਾਹ ਤਾਲਾ ਨੂੰ ਮਨਜ਼ੂਰ ਹੁੰਦਾ ਉਂਝ ਹੀ ਹੁੰਦਾ। ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਵਲੀਆਂ ਦਾ ਜਾਂ ਈਵਨ ਨਬੀਆਂ ਦਾ ਵੀ ਕੋਈ ਅੱਲਾਹ ਤਾਲਾ ਤੇ ਜ਼ੋਰ ਚੱਲਦਾ ਕਿ ਉਹ ਕਹਿਣ ਨਹੀਂ ਇੰਜ ਹੀ ਕਰਨਾ ਤੇ ਇੰਜ ਹੀ ਕਰਨਾ। ਇੰਜ ਦੀਆਂ ਗੱਲਾਂ ਨਾ ਅਸੀਂ ਕਰੀਦੀਆਂ ਨੇ। ਨਾ ਤੁਸੀਂ ਇੰਜ ਦੇ ਸਵਾਲ ਪਾਇਆ ਕਰੋ ਲੋਕਾਂ ਨੂੰ, ਤੇ ਨਾ ਇੰਜ ਦੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਫਤੂਰ ਪਾਇਆ ਕਰੋ ਜਿਹਦੇ ਨਾਲ ਇਦਾਂ ਦੀਆਂ ਚੀਜ਼ਾਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਪੈਣ। ਖੈਰ, ਕਰਾਮਤ ਦਾ ਇਨਕਾਰ ਮਿਰਜ਼ਾ ਜੀ, ਜਿਹੜਾ ਮੁਤਲਕਨ ਕਰਾਮਤ ਦਾ ਇਨਕਾਰ ਕਰਨਾ ਨਾ, ਉਹ ਬੜੀ ਖਤਰਨਾਕ ਗੱਲ ਹੈ। ਦੇਖੋ ਮੈਂ ਆਪਣੇ ਉਸਤਾਦਾਂ ਦੀਆਂ ਕਰਾਮਤਾਂ ਵੇਖੀਆਂ। ਮੈਂ ਅਗਰ ਤੁਹਾਡੇ ਵਾਸਤੇ ਮੋਤਬਰ ਬੰਦਾ, ਮੇਰੀ ਗੱਲ ਤੁਸੀਂ ਮੰਨ ਲਓਗੇ, ਮੈਂ ਮੋਤਬਰ ਨਹੀਂ, ਤੁਸੀਂ ਨਹੀਂ ਮੰਨੋਗੇ, ਠੀਕ ਹੈ ਜੀ। ਲੇਕਿਨ ਜਦੋਂ ਕਿਸੇ ਮੋਤਬਰ ਜ਼ਰਾਏ ਤੋਂ ਸਾਨੂੰ ਕਰਾਮਤ ਦਾ ਪਤਾ ਲੱਗ ਜਾਏ, ਉਦੋਂ ਕਰਾਮਤ ਦਾ ਇਨਕਾਰ ਕਰਨਾ, ਉਸ ਜ਼ਰਾਏ ਦਾ ਇਨਕਾਰ ਕਰਨਾ, ਉਸ ਜ਼ਰੀਏ ਦਾ ਇਨਕਾਰ ਕਰਨਾ ਹੋ ਜਾਣਾ ਹੈ। ਤੇ ਇੰਜ ਹੀ ਕੁਰਾਨ ਮਜੀਦ ਦੇ ਵਿੱਚ ਜਿਹੜੀਆਂ ਕਰਾਮਾਤ ਦਾ ਜ਼ਿਕਰ ਹੈ, ਜੇ ਤੁਸੀਂ ਮੁਤਲਕਨ ਕਹੋਗੇ ਕਰਾਮਤ ਹੈ ਹੀ ਨਹੀਂ ਤੇ ਫਿਰ ਉਹ ਕੁਰਾਨ ਦਾ ਇਨਕਾਰ ਜਿਹੜਾ ਉਹ ਲਾਜ਼ਮ ਆ ਜਾਏਗਾ। ਇਸ ਵਜ੍ਹਾ ਤੋਂ ਮਿਰਜ਼ਾ ਜੀ ਇੰਜ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਹੁਣ ਮਿਸਾਲਾਂ ਤੁਹਾਨੂੰ ਮੈਂ ਕੀ ਦਵਾਂ, ਉਹ ਇੰਨੀ ਦੂਰੋਂ ਤਖਤ ਆ ਜਾਣਾ ਇਹ ਵੀ ਤੇ ਕਰਾਮਤ ਹੈ, ਬੇਮੌਸਮੇ ਫਲ ਹੋਣਾ ਇਹ ਵੀ ਕਰਾਮਤ ਹੈ। ਇਸ ਵਜ੍ਹਾ ਤੋਂ ਮਿਰਜ਼ਾ ਜੀ ਥੋੜਾ ਜਿਹਾ ਇਸ ਚੀਜ਼ ਦੇ ਹਵਾਲੇ ਨਾਲ ਤੁਸੀਂ
गौर फरमाओ। रसूलुल्लाह सल्लल्लाहु अलैहि वसल्लम इरशाद फरमाते ने कि अल्लाह ताला फरमांदा है हदीस कुदसी है कि बंदा नवाफिल दे जरिए मेरे नेड़े हुंदा ते मैं ओहदे कंन बन जाना, मैं ओहदियां अखां बन जाना। यानी कंन ओहदे हुंदे ने, ताकत सुनन दी जिहड़ी मैं अपने नालों जिहड़ा ना ओहदी कई दर्जा वधा दिंदा। अखां ओहदियां हुंदियां ने, अपने नालों जिहड़ी ओहदी देखण दी ताकत है मैं आम बंदियां तो किते ज्यादा वधा दिंदा। ते मिर्जा जी ये दसो जिहदे बारे च अल्लाह सोना फरमाए कि मैं ओहदे कंन बन जाना, ओह की कुछ सुन सकदा? ते जिहदे बारे च अल्लाह सोना फरमाए कि मैं ओहदियां अखियां बन जाना, ओह की फिर दिलां दे हाल वेखना कोई ओहदे लई कोई बहुत वड्डी शै रह जाएगी? इस हवाले नाल भी मिर्जा जी थोड़ा जिहा गौर करिया करो। ਜਿਹੜਾ भी बंदा ਜਿਹੜੀ करामत बयान करदा है खालिसतन, बाकी जिन्हां ने झूठ मशहूर कीता है अपने कोलों करामतां छड्डियां ने, ਅਸੀਂ ਉਹਦੇ ਜ਼ਿੰਮੇਦਾਰ ਨਹੀਂ ਕਿਸੇ ਵੀ ਸੂਰਤ ਦੇ ਵਿੱਚ। ਅਸੀਂ ਆਪ ਉਹਨਾਂ ਦੇ ਹਵਾਲੇ ਨਾਲ ਕਈ ਜਗ੍ਹਾ ਦੇ ਉੱਤੇ ਜਿਹੜਾ ਉਹਨਾਂ ਦਾ ਰਿਬਟਲ ਦਿੱਤਾ ਕਿ ਇੰਜ ਦੀ ਕੋਈ ਗੱਲ ਨਹੀਂ, ਜਿਹੜਾ ਉਹ ਰੂਹਾਂ ਛਡਾਈਆਂ ਤੇ ਇਹ ਕੀਤਾ ਤੇ ਉਹ ਕੀਤਾ, ਇੰਜ ਦੀਆਂ ਕੋਈ ਗੱਲਾਂ ਨਹੀਂ। ਲੇਕਿਨ ਜਿਹੜੀਆਂ ਗੱਲਾਂ ਹਕੀਕਤ ਨੇ, ਜਿਹੜੀਆਂ ਗੱਲਾਂ ਹੈ ਉਹਨਾਂ ਦਾ ਇਨਕਾਰ ਕਰ ਦੇਣਾ ਗਲਤ ਗੱਲਾਂ ਦੀ ਆੜ ਦੇ ਵਿੱਚ, ਇਹ ਵੀ ਕੋਈ ਸਿਆਣਕ ਨਹੀਂ ਹੁੰਦੀ, ਇਹ ਵੀ ਕੋਈ ਅਕਲਮੰਦੀ ਜਿਹੜੀ ਉਹ ਨਹੀਂ ਹੁੰਦੀ। ਇਸ ਤੋਂ ਬਾਅਦ ਰਸੂਲੁल्लाह सल्लल्लाहु अलैहि वसल्लम ਦਾ ਫਰਮਾਨ ਇਤਕੂ ਫਿਰਾਸਤਲ ਮੁਅਮਿਨ ਫਇਨਹੁ ਯਨਜ਼ੁਰੂ ਬਿਨੂਰਿल्लाह ਕਿ ਮੂਮਿਨ ਦੀ ਫਿਰਾਸਤ ਤੋਂ ਡਰੋ, ਅੱਲਾ ਦੇ ਨੂਰ ਨਾਲ ਵੇਂਦਾ। ਤੇ ਜਿਹੜਾ ਬੰਦਾ ਮੂਮਿਨ ਹੋਏ ਤਾਂ ਫਿਰ ਅੱਲਾ ਦੇ ਨੂਰ ਨਾਲ ਵੇਖੇ, ਫਿਰ ਉਹਨੂੰ ਕੁਛ ਹੈ ਜਾਂ ਕਿਸੇ ਦੇ ਦਿਲ ਦੀ ਕੋਈ ਖਾਸ ਹਾਲਤ ਕਿਸੇ ਖਾਸ ਮੌਕੇ ਤੇ ਨਜ਼ਰ ਆ ਜਾਏ, ਜਿਹੜਾ ਐਨ ਮੁਮਕਿਨ ਹੈ ਕਿ ਕਿਸੇ ਵਲੀ ਨੇ ਕਿਸੇ ਬੰਦੇ ਦੇ ਦਿਲ ਦੀ ਗੱਲ ਕਰਤੀ। ਜਿੱਦਾਂ ਅੱਜ ਕੋਈ ਬੰਦਾ ਹੈ ਉਹ ਕਿਸੇ ਵਲੀ ਦੇ ਕੋਲ ਜਾਂਦਾ ਹੈ ਸੋਚ ਕੇ ਕਿ ਅੱਜ ਕਿਤੇ ਮੈਨੂੰ ਮਿੱਠੇ ਚਾਵਲ ਮਿਲਣ ਤੇ ਮਜ਼ਾ ਆ ਜਾਏ, ਤੇ ਅੱਗੇ ਅਸਲ 'ਚ ਉਹ ਪੀਰ ਸਾਹਿਬ ਆਖਦੇ ਨੇ ਜੀ ਕਿ ਜਾਓ ਇਹਦੇ ਲਈ ਮਿੱਠੇ ਚਾਵਲ ਲੈ ਕੇ ਆਓ। ਤੇ ਹੁਣ ਗੱਲ ਇਹ ਵੀ ਐਨ ਮੁਮਕਿਨ ਹੈ ਪੀਰ ਸਾਹਿਬ ਨੂੰ ਆਪ ਨਾ ਪਤਾ ਹੋਏ ਕਿ ਮੈਂ ਇਹਦੇ ਦਿਲ ਦੀ ਗੱਲ ਕਰਤੀ, ਉਹ ਬੰਦਾ ਇਹਨੂੰ ਜਿਹੜਾ ਨਾ ਉਹ ਇਹ ਚੀਜ਼ ਇਸ ਚੀਜ਼ ਨੂੰ ਇਸ ਸੈਂਸ ਦੇ ਵਿੱਚ ਲੈ ਕੇ ਦੇਖਿਆ ਪੀਰ ਸਾਹਿਬ ਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਲੱਗ ਗਿਆ। ਤੇ ਇਹ ਵੀ ਐਨ ਮੁਮਕਿਨ ਹੈ ਕਿ ਅੱਲਾਹ ਤਾਲਾ ਉਸ ਬੰਦੇ ਦੇ ਪਹੁੰਚਣ ਤੋਂ ਪਹਿਲੇ ਉਸ ਬੰਦੇ ਦੇ ਦਿਲ 'ਚ ਪਾ ਦੇ ਕਿ ਉਹ ਬੰਦਾ ਇਹ ਸੋਚ ਕੇ ਆ ਰਿਹਾ ਅੱਜ ਤੋਂ ਉਹਨੂੰ ਮਿੱਠੇ ਚਾਵਲ ਖਵਾਉਣੇ। ਅੱਲਾਹ ਤਾਲਾ ਦਾ ਕਰਮ ਇਹ ਵੀ ਹੋ ਸਕਦਾ। ਇਸ ਵਜ੍ਹਾ ਤੋਂ ਇੰਜ ਦੀਆਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ, ਐਨਕਾਂ ਕਿਉਂ ਲਾਉਂਦੇ ਨੇ ਇਹ ਜੀ, ਜਿਹੜੇ ਦਿਲਾਂ ਦੇ ਹਾਲ ਜਾਣਦੇ ਨੇ ਐਨਕਾਂ ਕਿਉਂ ਲਾਉਂਦੇ ਨੇ? ਕਿਹੜਾ ਬੰਦਾ ਆਂਦਾ ਹੈ ਕਿ ਉਹ ਹਰ ਟਾਈਮ ਹਰ ਮੌਕੇ ਤੇ ਜਿਹੜਾ ਨਾ ਉਹ ਦਿਲਾਂ ਦੇ ਹਾਲ ਜਾਣਦੇ ਸਨ? ਤੇ ਕਿਤਾਬ ਦੇ ਦਿਲ ਦਾ ਹਾਲ ਕਿਹੜਾ ਹੁੰਦਾ ਹੈ? ਇਹ ਵੀ ਤੇ ਮਿਰਜ਼ਾ ਜੀ ਤੁਸੀਂ ਗੌਰ ਕਰਨਾ ਨਾ, ਕਿਤਾਬ ਦੇ ਦਿਲ ਦਾ ਹਾਲ ਕਿਹੜਾ ਹੁੰਦਾ। ਖੈਰ ਇਹਦੇ ਤੋਂ ਬਾਅਦ ਇਹ ਕਿ ਕਰਾਮਤ ਹੁੰਦੀ ਕੀ ਹੈ? ਕੋਈ ਹੈਰਾਨ ਕੁਨ ਕੋਈ ਤਾਜੁਬ ਖੇਜ਼ ਸ਼ੈ ਜਿਹੜੀ ਆਮ ਬੰਦਿਆਂ ਕੋ ਸਾਦਰ ਨਾ ਹੁੰਦੀ ਹੋਏ, ਉਹ ਕਿਸੇ ਕੋਲੋਂ ਸਾਦਰ ਹੋ ਜਾਣਾ, ਇਹਨੂੰ ਆਉਂਦੇ ਨੇ ਕਰਾਮਤ। ਇਹਦਾ ਕੋਈ ਹਰ ਟਾਈਮ ਹੋਣਾ ਜ਼ਰੂਰੀ ਨਹੀਂ, ਵਲੀ ਨੂੰ ਇਸ ਚੀਜ਼ ਦਾ ਕੰਟਰੋਲ ਹੋਣਾ ਵੀ ਜ਼ਰੂਰੀ ਨਹੀਂ ਕਿ ਵਲੀ ਦੇ ਉਹ ਕਰਾਮਤ ਜਿਹੜੀ ਉਹ ਕੰਟਰੋਲ ਦੇ ਵਿੱਚ ਹੀ ਹੋਏ। ਸਿਰਫ ਇਹ ਹੁੰਦਾ ਹੈ ਕਿ ਅੱਲਾਹ ਤਾਲਾ ਕਿਸੇ ਹੱਕ ਗੱਲ ਦੀ ਤਾਈਦ ਵਾਸਤੇ ਕਈ ਦਫਾ ਕਰਾਮਤ ਦਾ ਜ਼ਹੂਰ ਕਰ ਦਿੰਦਾ ਤਾਂ ਕਿ ਲੋਕਾਂ ਦੇ ਮੰਨਣ ਦੇ ਵਿੱਚ ਜ਼ਰਾ ਥੋੜੀ ਜੀ ਆਸਾਨੀ ਹੋ ਜਾਏ। ਬਾਹਰ ਸੂਰਤ ਇੱਕ ਚੀਜ਼ ਜਿਹੜੀ ਉਹ ਬੜੀ ਜ਼ੇਨ 'ਚ ਰੱਖਣ ਦੀ ਹੈ, ਸਾਡੀ ਦਲੀਲ ਆ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਮ ਤੌਰ ਤੇ ਵਕੂਫ ਪਜ਼ੀਰ ਨਹੀਂ ਹੁੰਦੀਆਂ, ਜਿਨ੍ਹਾਂ ਨੂੰ ਖਾਰਕੇ ਆਦਤ ਸ਼ੈਵਾਂ ਕਹੀਆਂ ਜਾਂਦੀਆਂ ਨੇ, ਸਾਡੀ ਦਲੀਲ ਜਿਹੜੀ ਉਹ ਇਹ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਆਦਾਤ ਤੋਂ ਹਟ ਕੇ ਹੋ ਜਾਂਦੀਆਂ ਨੇ। ਕੋਈ ਹਵਾ 'ਚ ਕਿਸੇ ਨੇ ਉੱਡ ਲਿਆ, ਕਿਸੇ ਨੇ ਕਿਸੇ ਦੇ ਦਿਲ ਦੀ ਗੱਲ ਬੁੱਝ ਲਈ, ਕਿਸੇ ਨੇ ਕੋਈ ਇਦਾਂ ਦਾ ਕੰਮ ਕਰਤਾ, ਸਾਡੇ ਦਲਾਇਲ ਨਹੀਂ। ਸਾਡੀ ਦਲੀਲ ਕੁਰਾਨ ਹੈ, ਸਾਡੀ ਦਲੀਲ ਹਦੀਸ ਸ਼ਰੀਫ ਹੈ। ਇਹ ਗੱਲਾਂ ਇੱਕ ਸਪੋਰਟਿਵ ਕੰਟੈਂਟ ਦੇ ਤੌਰ ਤੇ ਹੋ ਸਕਦੀਆਂ ਨੇ ਕਿ ਇੱਕ ਬੰਦਾ ਇੱਕ ਕੁਰਾਨ ਮਜੀਦ ਦੀ ਆਇਤ ਬਿਆਨ ਕਰ ਰਿਹਾ, ਉਹ ਚੋਂ ਇੱਕ ਨਤੀਜਾ ਕੱਢ ਰਿਹਾ, ਉਹਦੇ ਹੱਥੋਂ ਕੋਈ ਕਰਾਮਤ ਦਾ ਜ਼ਹੂਰ ਹੋ ਜਾਏ ਜਿਹਦੇ ਨਾਲ ਲੱਗੇ ਕਿ ਯਾਰ ਗੱਲ ਬੰਦਾ ਸਹੀ ਕਹਿ ਰਿਹਾ। ਲੇਕਿਨ ਇਹ ਬਿਲਕੁਲ ਜ਼ਰੂਰੀ ਨਹੀਂ ਕਿ ਕੋਈ ਬੰਦਾ ਗਲਤ ਗੱਲ ਕਰ ਰਿਹਾ ਹੋਏ ਤੇ ਐਨ ਮੁਮਕਿਨ ਹੈ। ਇਸਤਦਰਾਜ ਦੇ ਹਵਾਲੇ ਦੇ ਨਾਲ ਮੈਂ ਅਰਜ਼ ਵੀ ਕਰ ਦੇਣਾ, ਅਨਿਬਰਾਜ ਸ਼ਰਹੁ ਸ਼ਰਹਿਲ ਅਕਾਇਦ ਦੇ ਵਿੱਚ ਗੱਲ ਲਿਖੀ ਹੈ ਕਿ ਇਸਤਦਰਾਜ ਵੀ ਹੁੰਦਾ ਹੈ। ਮਤਲਬ ਇੱਕ ਬੰਦਾ ਜਾਂ ਕੋਈ ਕਾਫਿਰ ਗਲਤ ਗੱਲ ਕਰ ਰਿਹਾ ਤੇ ਉਹ ਆਂਦਾ ਜੀ ਕਿ ਜੇ ਮੈਂ ਜੇ ਸਹੀ ਆ ਨਾ ਤੇ ਮੇਰਾ ਇੰਜ ਕਰਕੇ ਦਿਖਾ ਦਾਂਗਾ, ਮੈਂ ਉੜ ਕੇ ਵਿਖਾ ਦਾਂਗਾ, ਮੈਂ ਜਿਹੜਾ ਨਾ ਰਿੜ ਕੇ ਵਿਖਾ ਦਾਂਗਾ, ਮੈਂ ਇੰਜ ਦੀ ਚੀਜ਼ ਕਰ ਦਾਂਗਾ, ਤੇ ਹਕੀਕਤਾਂ ਨੂੰ ਕਰ ਵੀ ਜਾਂਦਾ। ਇਸ ਵਜ੍ਹਾ ਤੋਂ ਇੱਕ ਚੀਜ਼ ਜਿਹੜੀ ਉਹ ਬੜੀ ਪੱਕੀ ਠੱਕੀ ਜ਼ੇਨ 'ਚ ਰੱਖਣ ਦੀ ਏ ਕਿ ਇਸਤਦਰਾਜ ਵੀ ਹੁੰਦਾ। ਕਈ ਦਫਾ ਹੋ ਜਾਂਦਾ ਹੈ ਕਿ ਕੋਈ ਸ਼ੈ ਜਿਹੜੀ ਉਹ ਹਕੀਕਤਨ ਗਲਤ ਹੁੰਦੀ ਹੈ, ਲੇਕਿਨ ਉਹਦੇ ਹਵਾਲੇ ਨਾਲ ਕੋਈ ਬੰਦਾ ਜਿਹੜਾ ਉਹ ਇੰਜ ਦਾ ਕੰਮ ਕਰ ਜਾਂਦਾ ਹੈ ਜਿਹੜਾ ਜ਼ਰਾ ਥੋੜਾ ਜਿਹਾ ਆਦਾਤ ਤੋਂ ਹਟ ਕੇ ਹੁੰਦਾ, ਓੜ ਪੈਂਦਾ ਹੈ, ਉਹ ਪਾਣੀ ਦੇ ਵਿੱਚ ਜਿਹੜਾ ਨਾ ਡੁੱਬ ਕੇ ਜ਼ਿਆਦਾ ਦੇਰ ਤੱਕ ਰਹਿ ਲੈਂਦਾ ਹੈ, ਇਹ ਚੀਜ਼ ਵੀ ਉਹਦੇ ਹੱਕ ਹੋਣ ਦੀ ਦਲੀਲ ਨਹੀਂ। ਇੰਜ ਦੇ ਸ਼ੋਭਦੇ ਕਈ ਸ਼ੋਭਦੇਬਾਜ਼ ਕਰ ਲੈਂਦੇ ਨੇ। ਅਸਲ ਚੀਜ਼ ਕੁਰਾਨ ਹੈ ਤੇ ਅਸਲ ਚੀਜ਼ ਜਿਹੜੀ ਉਹ ਹਦੀਸ ਸ਼ਰੀਫ ਹੈ। ਲੇਕਿਨ ਇਹਦੇ ਬਾਵਜੂਦ ਜਦੋਂ ਕੁਰਾਨ ਆਖੇ ਕਰਾਮਤ ਹੈ, ਹਦੀਸ ਸ਼ਰੀਫ ਆਖੇ ਕਰਾਮਤ ਹੈ, ਤੇ ਕਰਾਮਤ ਦਾ ਮੁਤਲਕਨ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਮਿਰਜ਼ਾ ਜੀ ਇਸ ਗੱਲ ਦੀ ਵੰਡ ਕਰਨਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਤੁਹਾਡਾ ਮਸਲਾ ਹੈ ਤੁਸੀਂ ਵੰਡ ਨਹੀਂ ਕਰਦੇ ਗੱਲ ਦੀ। ਹੁਣ ਸੁਣੋ, ਸਾਡੇ ਵਲੀਆਂ ਦੀ ਜ਼ੁਬਾਨੋਂ ਕਰਾਮਤ ਦੀ ਇੰਪੋਰਟੈਂਸ ਕੀ ਹੈ ਤੇ ਕਰਾਮਤ ਹੈ ਕੀ ਸ਼ੈ, ਉਹ ਸੁਣੋ। ਸ਼ੇਖ ਅਬੁਲ ਕਾਸਿਮ ਰਹਿਮਹੁल्लाह ਇਰਸ਼ਾਦ ਫਰਮਾਉਂਦੇ ਨੇ ਕਿ ਪਾਣੀ ਤੇ ਟੁਰਨਾ, ਹਵਾ 'ਚ ਉੜਨਾ, ਗੈਬ ਦੀਆਂ ਖਬਰਾਂ ਦੇਣਾ ਕਰਾਮਤ ਕੋਈ ਨਹੀਂ। ਕਦੋਂ ਤੱਕ ਇਹ ਕਰਾਮਤ ਕੋਈ ਨਹੀਂ? ਕਰਾਮਤ ਅਸਲ ਕੀ ਹੈ, ਜਿਹੜੀ ਅਸਲ ਹੈ ਉਹਦੀ ਇਹ ਕੀ ਹੈ? ਫਰਾ ਹੈ।
ਇਹ ਹੋ ਜਾਏ ਚਲੋ ਠੀਕ ਹੈ, ਇੱਕ ਅੱਛੀ ਚੀਜ਼ ਹੈ, ਚਲੋ ਜੀ ਕਿਸੇ ਸ਼ੈ ਨੂੰ ਰੈਟੀਫਾਈ ਕਰਤਾ, ਕਿਸੇ ਸ਼ੈ ਦੇ ਉੱਤੇ ਮੋਹਰੇ ਤਸਦੀਕ ਸਬਤ ਹੋ ਗਈ, ਉਨੀ ਹੱਦ ਤੱਕ। ਆਂਦੇ ਨੇ ਕਰਾਮਤ ਕੀ ਹੈ ਕਿ ਕਰਾਮਤ ਇਹ ਵੀ ਕਿ ਕੋਈ ਬੰਦਾ ਸ਼ਰੀਅਤ ਦਾ ਮੁਤੀਓ ਫਰਮਾ ਬਰਦਾਰ ਬਣ ਜਾਏ ਤੇ ਉਹਦੇ ਕੋਲੋਂ ਕੋਈ ਹਰਾਮ ਕੰਮ ਨਾ ਹੋਏ, ਇਹ ਵੀ ਕਰਾਮਤ। ਉਹ ਕਈ ਬਜ਼ੁਰਗ ਆਖਦੇ ਹੁੰਦੇ ਨੇ ਇਸਤਕਾਮਤ ਅਸਲ ਕਰਾਮਤ ਹੈ, ਇਸਤਕਾਮਤ ਹੀ ਜਿਹੜੀ ਉਹ ਅਸਲ ਕਰਾਮਤ ਹੈ। ਇਹ ਤੋਂ ਬਾਅਦ ਸਾਡੇ ਬਜ਼ੁਰਗ ਹਜ਼ਰਤ ਬਾਇਜ਼ੀਦ ਬੁਸਤਾਮੀ ਰਹਿਮਹੁੱਲਾ, ਜਿਨ੍ਹਾਂ ਦੇ ਨਾਂ ਤੋਂ ਤੈਨੂੰ ਬੜੀ ਤਕਲੀਫ ਹੁੰਦੀ ਹੈ, ਜਿਹੜਾ ਤੂੰ ਆਨਾ ਜੀ ਅਸੀਂ ਤੇ ਨਾਉਜ਼ ਬਿਲਾ ਮੁਆਵੀਆ ਨਾਮ ਰੱਖਣ ਤੇ ਤਿਆਰ ਨਹੀਂ, ਤੇ ਤੁਸੀਂ ਨਾਂ ਰੱਖੇ ਨੇ ਅਬੂ ਯਜ਼ੀਦ नासमी वाले काम। मुआविया नाम रखने के लिए तैयार नहीं है, तुम लोगों ने कुन्नियत रखी हुई है अबू यजीद, नासबियों वाले काम। ਉਹਨਾਂ ਦੀ ਜ਼ੁਬਾਨੀ ਤੈਨੂੰ ਸੁਣਾਉਣ ਲੱਗਾ ਕਿ ਕਰਾਮਤ ਕੀ ਹੁੰਦੀ ਹੈ। ਆਂਦੇ ਨੇ ਜੇ ਤੁਸੀਂ ਦੇਖੋ ਕਿ ਕਿਸੇ ਬੰਦੇ ਨੂੰ ਇੰਨੀਆਂ ਕਰਾਮਤਾਂ ਦਿੱਤੀਆਂ ਗਈਆਂ ਨੇ ਕਿ ਹਵਾ ਚੁੜਦਾ, ਇਸ ਗੱਲ ਚੋਂ ਧੋਖੇ 'ਚ ਨਹੀਂ ਆਣਾ ਤੁਸੀਂ। ਅੱਛਾ ਜੀ ਕੀ ਕਰੀਏ ਫਿਰ? ਫਰਮਾਇਆ ਉਦੋਂ ਤੱਕ ਇਸ ਸ਼ੈ ਨੂੰ ਤੁਸੀਂ ਸਹੀ ਨਹੀਂ ਮੰਨਣਾ ਜਦੋਂ ਤੱਕ ਤੁਸੀਂ ਇਹ ਨਾ ਦੇਖ ਲਓ ਕਿ ਉਹ ਅੱਲਾਹ ਤਾਲਾ ਦੀਆਂ ਮਨਾ ਕੀਤੀਆਂ ਸ਼ੈਵਾਂ ਤੋਂ ਮਨਾ ਰਹਿੰਦਾ ਤੇ ਅੱਲਾਹ ਤਾਲਾ ਦੇ ਹੁਕਮ ਦਿੱਤੀਆਂ ਉਹ ਸ਼ੈਵਾਂ ਨੂੰ ਕਰਦਾ। ਬਸ ਅੰਦਾਜ਼ਾ ਹੁਣ ਤੁਸੀਂ ਕਰ ਲਓ ਕਿ ਸਾਡੇ ਕੋਲ ਇਸ ਹਵਾਲੇ ਨਾਲ ਅਗਰ ਅਸੀਂ ਹੁਕਮੇ ਇਲਾਹੀ ਦੀ ਫਰਮਾ ਬਰਦਾਰੀ ਤੇ ਇਤਬਾ ਨੂੰ, ਰਸੂਲੁल्लाह सल्लल्लाहु अलैहि वसल्लम ਦੇ ਫਰਾਮੀਨ ਦੀ ਇਤਬਾ ਦੇ ਹਵਾਲੇ ਨਾਲ ਤੇ ਕਰਾਮਤ ਦੇ ਹਵਾਲੇ ਨਾਲ ਦੇਖੀ ਤੇ ਕਿੱਥੇ ਅਸੀਂ ਉਸ ਇਤਬਾ ਨੂੰ ਰੱਖਦੇ ਹਾਂ ਤੇ ਕਿੱਥੇ ਅਸੀਂ ਉਸ ਕਰਾਮਤ ਨੂੰ ਰੱਖਦੇ ਹਾਂ। ਮਿਰਜ਼ਾ ਜੀ ਇਸ ਹਵਾਲੇ ਨਾਲ ਵੀ ਗੌਰ ਕਰਨ ਦੀ ਬੜੀ ਹੀ ਸ਼ਦੀਦ ਜ਼ਰੂਰਤ ਹੈ। ਇਸ ਵਜ੍ਹਾ ਤੋਂ ਨਤੀਜਾ ਇਹ ਨਿਕਲਿਆ ਕਿ ਅਸਲ ਜਿਹੜੀ ਕਰਾਮਤ ਹੈ ਉਹ ਸ਼ਰੀਅਤ ਦੀ ਪਾਸਦਾਰੀ ਹੈ। ਅਸਲ ਕਰਾਮਤ ਜਿਹੜੀ ਹੈ ਹਵਾਵਾਂ ਚੁੱਟਣਾ ਕੋਈ ਨਹੀਂ। ਫਿਰ ਮਿਰਜ਼ੇ ਨੇ ਬੜੀ ਜ਼ੋਰ ਲਾ ਕੇ ਗੱਲ ਕੀਤੀ ਜੀ, ਗੋਰੇ ਦੀ ਐਨਕ ਲਾ ਕੇ, ਜੀ ਗੋਰੇ ਦੀ ਐਨਕ, ਇਹ ਕੈਮਰਾ ਵੀ ਗੋਰੇ ਨੇ ਬਣਾਇਆ, ਐਨਕ ਵੀ ਗੋਰੇ ਨੇ ਬਣਾਈ, और गोरे दी ऐनक ला के, गोरे दी ऐनक ये अजमेर शरीफ वाले ने नहीं बनाई, ना ये कैमरा अजमेर शरीफ वाले ने बनाया, ना बगदाद शरीफ वाला ने। ये मुरीद ਹਜ਼ੂਰ ਮਾਫੀ ਦੇ ਦਿਓ। ਤੁਹਾਨੂੰ ਇਬनुल हैसम ਦਾ ਪਤਾ ਹੈ, ਆਪਟਿਕਸ ਦੇ ਹਵਾਲੇ ਨਾਲ ਉਹਨੇ ਕਿੰਨਾ ਕੰਮ ਕੀਤਾ ਇਹਦਾ ਤੁਹਾਨੂੰ ਪਤਾ ਹੈ। ਤੁਹਾਡੇ ਜਿਹੜੇ ਵੱਡੇ ਨੇ ਜਿਨ੍ਹਾਂ ਦੀਆਂ ਅਦਾਲਤਾਂ ਤੁਸੀਂ ਆਪਣੇ ਕੇਸ ਲਿਜਾਣਾ ਚਾਹੁੰਦੇ ਹੋ ਕਿ ਸਾਡਾ ਕੇਸ ਜਿਹੜਾ ਗੋਰੇ ਦੀ ਅਦਾਲਤ 'ਚ ਲੈ ਜਾਓ, ਗੋਰੇ ਦੀ ਅਦਾਲਤ 'ਚ ਲੈ ਜਾਓ, ਉਹ ਗੋਰੇ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਦਾ ਫਾਦਰ ਆਫ ਆਪਟਿਕਸ ਜਿਹੜਾ ਉਹ ਇਬनुल हैसम ਹੈ। ਤੂੰ ਕਿਉਂ ਇੰਜ ਦੀਆਂ ਗੱਲਾਂ ਕਰਦੇ ਹੋ ਤੇ ਕਿਉਂ ਇੰਨੀਆਂ ਬੋਂਗੀਆਂ ਮਾਰਦੇ ਹੋ? ਇਬਨ ਇਸਾਕ ਨੂੰ ਪੜੋ, ਉਹਨਾਂ ਨੂੰ ਦੇਖੋ ਕਿ ਇਹਨਾਂ ਲੋਕਾਂ ਨੇ ਕਿਹੜਾ ਕਿਹੜਾ ਕੰਮ ਕੀਤਾ ਸੀ, ਕਿੰਜ ਜਿਹੜਾ ਉਹਨਾਂ ਨੇ ਸਾਇੰਸ ਦੇ ਹਵਾਲੇ ਨਾਲ ਤੇ ਇਹਨਾਂ ਚੀਜ਼ਾਂ ਦੇ ਹਵਾਲੇ ਨਾਲ ਰੈਵੋਲੂਸ਼ਨਰੀ ਵਰਕ ਕੀਤੇ ਨੇ। ਮੈਂ ਇੱਕ ਦਫਾ ਦਾ ਵਰਡ ਵੀ ਤੁਹਾਨੂੰ ਜਿਹੜਾ ਨਾ ਪੜ੍ਹ ਦੇਣਾ, ਇਬनुल हैसम ਫਾਦਰ ਆਫ ਆਪਟਿਕਸ ਐਂਡ ਡਿਸਕ੍ਰਾਈਬਰ ਆਫ ਵਿਜ਼ਨ ਥਿਊਰੀ। ਵਿਜ਼ਨ ਥਿਊਰੀ ਕਿ ਅੱਖ ਵੇਂਦੀ ਕਿੰਜ, ਇਹ ਕਦੋਂ ਦੀ ਉਹਨਾਂ ਨੇ ਇਸ ਚੀਜ਼ ਦੇ ਹਵਾਲੇ ਨਾਲ ਵਜ਼ਾਹਤ ਕੀਤੀ ਹੈ। ਤੇ ਤੂੰ ਅੱਜ ਜਿਹੜਾ ਇਹ ਕ੍ਰੈਡਿਟ ਵੀ ਮੁਸਲਮਾਨਾਂ ਕੋ ਖੋ ਕੇ ਤੇ ਆਪਣੇ ਅੱਬਿਆਂ ਨੂੰ ਦੇਣ ਦੇ ਉੱਤੇ ਟੁੱਲੇ ਆ ਕਿ ਜੀ ਗੋਰੇ ਦੀ ਬਣੀ ਐਨਕ, ਗੋਰੇ ਦੀ ਬਣੀ ਐਨਕ। ਕੰਮ ਇਹ ਹੁੰਦਾ ਜਿਹਨੇ ਬੇਸਿਕ ਕੰਮ ਕੀਤਾ ਹੁੰਦਾ। ਕਾਪੀਆਂ ਤੇ ਅੱਜ ਮੈਂ ਤੈਨੂੰ 17 ਤਿਆਰ ਕਰ ਦੇਣਾ, ਮਿਰਜ਼ਾ ਇੰਜ ਦੀਆਂ ਗੱਲਾਂ ਨਾ ਕਰਿਆ ਕਰ, ਖੁਦਾ ਦਾ ਵਾਸਤਾ ਤੈਨੂੰ ਥੋੜਾ ਜਿਹਾ ਗੌਰ ਕਰ। ਫਿਰ ਆਂਦਾ ਜੀ ਮਰੀਜ਼ ਸਾੜੇ ਨੇ, ਇਹ ਮੁਰੀਦ ਹੀ ਸਾੜਦੇ ਰਹੇ ਜੇ ਖਾਲੀ। ਇਹ ਜੀ ਉੱਤੇ ਵੇਖਿਆ ਤੇ ਉਹ ਜਨਾਬ ਅਰਸ਼ ਤੇ ਨਿਗਾਹ ਪਹੁੰਚ ਗਈ, ਥੱਲੇ ਵੇਖਿਆ ਜੀ ਸੱਤੋਂ ਜ਼ਮੀਨਾਂ, ਤੇਲ ਵੀ ਕ੍ਰਾਸ ਹੋ ਗਿਆ। ਤੇਲ ਤੇ ਨਜ਼ਰ ਉੱਪਰ ਦੇਖੀ ਅਰਸ਼ ਤੇ ਥੱਲੇ ਵੇਖਿਆ ਤੇ ਸੱਤੋਂ ਜ਼ਮੀਨਾਂ, ਤੇਲ ਵੀ ਕ੍ਰਾਸ ਹੋ ਗਿਆ ਜੀ। ਉਹ ਮਿਰਜ਼ਾ ਜੀ ਨਾ ਇੰਨੀਆਂ ਗੱਲਾਂ ਕਰਿਆ ਕਰੋ, ਖੁਦਾ ਦਾ ਵਾਸਤਾ ਥੋੜਾ ਜਿਹਾ ਗੌਰ ਕਰਿਆ ਕਰੋ। ਤੇ ਦੂਜੀ ਗੱਲ ਇਹ, ਮਰੀਜ਼ ਸਾੜੇ ਹੋਣ ਜਾਂ ਕੋਈ ਵੀ ਇੰਜ ਦੀ ਗੱਲ ਹੋਏ, ਤਸਵੁਫ ਦੀਆਂ ਕਿਤਾਬਾਂ ਦੇ ਹਵਾਲੇ ਨਾਲ ਸਾਡਾ ਬੜਾ ਕੈਟਾਗੋਰੀਕਲ ਮੌਕਫ ਹੈ ਕਿ ਤਸਵੁਫ ਦੀ ਉਹੀਓ ਗੱਲ ਮੰਨੀ ਜਾਏਗੀ ਤਸਵੁਫ ਦੀਆਂ ਕਿਤਾਬਾਂ ਦੀ ਜਿਹੜੀ ਕੁਰਾਨ ਔਰ ਹਦੀਸ ਦੇ ਮੁਤਾਬਿਕ ਹੋਏਗੀ। ਜਿਹੜੀ ਕੁਰਾਨ ਔਰ ਹਦੀਸ ਦੇ ਮੁਤਾਬਿਕ ਨਹੀਂ ਹੋਗੀ, ਵਾਜ਼ੇ ਤੌਰ ਤੇ ਇਲਹਾਕੀ ਇਬਾਰਤ ਕਹਿ ਕੇ ਤੇ ਅਸੀਂ ਉਹਨੂੰ ਰੱਦ ਕਰਦਾ। ਸਿੱਧਾ ਤੇ ਸਿੰਪਲ ਹਿਸਾਬ ਹੈ ਸਾਡਾ। ਇਹੀ ਗੱਲ ਜਿਹੜੀ ਮੇਰੇ ਉਸਤਾਦ ਮੁਹਤਰਮ ਵੀ ਸਾਰੀ ਜ਼ਿੰਦਗੀ ਇਹ ਗੱਲ ਕਰਦੇ ਰਹੇ। और याद रखिए, ये जो तसव्वुफ की सूफिया की किताबें हैं या बड़ी बात है, बाद वाले उलमा की किताबें हैं, जरूरी नहीं उनकी हर बात मान। तसव्वुफ की किताबों में कोई जरूरी नहीं। ਇਹਦੇ ਤੋਂ ਬਾਅਦ ਮਿਰਜ਼ਾ ਇੰਜੀਨੀਅਰ ਨੇ ਬੜਾ ਜ਼ੋਰ ਲਾ ਕੇ ਆ ਗੱਲ ਵੀ ਕੀਤੀ ਜੀ ਕਿ ਤੇਲ ਨਿਕਲ ਆਉਂਦਾ ਤੇ ਕਾਫਲੇ ਨਾਲ ਲੁੱਟੇ ਜਾਂਦੇ। ਇਹ ਜਿਹੜਾ ਨਾ ਉਹ ਬਾਬੇ ਹਜ ਕਰਨ ਗਏ ਤੇ ਇਹਨਾਂ ਨੂੰ ਤੇਲ ਨਹੀਂ ਨਜ਼ਰ ਆਇਆ। ਤੇਲ ਸਰ ਐਡਮਨ ਨੇ ਕੱਢਿਆ 200-250 ਸਾਲ ਪਹਿਲੇ ਪੈਂਸਿਲਵੇਨੀਆ ਅਮਰੀਕਾ, ਤੁਹਾਡੇ ਬਾਬੇ ਨੂੰ ਤਾਂ ਤੇਲ ਨਹੀਂ ਨਜ਼ਰ ਆਇਆ। ਜ਼ਮੀਨ ਦੇ ਅੰਦਰ ਤੇਲ ਨਿਕਲ ਆਂਦਾ ਤੇ ਪਹਿਲੇ ਤੇ ਅਰਬ ਦੇ ਕਾਫਲੇ ਨਾਲ ਲੁੱਟੇ ਜਾਂਦੇ। ਇਹ ਤੇ ਕੁਝ 100 ਸਾਲ ਪਹਿਲੇ ਅਰਬ ਵਿੱਚ ਤੇਲ ਨਿਕਲਿਆ ਜੇ, ਆਲਮੋਸਟ ਮੁਸ਼ਕਿਲ ਨਾਲ 100 ਸਾਲ। ਇਸ ਤੋਂ ਪਹਿਲੇ ਤੇ ਅਰਬ ਦੇ ਕਾਫਲੇ ਲੁੱਟ ਲੈਂਦੇ ਸਨ। ਅਰਬੀ ਇਤਨੇ ਗਰੀਬ ਸਨ, ਅੱਲਾ ਨੇ ਹੁਣ ਅਮੀਰ ਕੀਤਾ। ਕਿਸੇ ਬਾਬੇ ਨੂੰ ਸਾਰੇ ਬਾਬੇ ਹਜ ਕਰਕੇ ਆਏ ਜੇ, ਕਿਸੇ ਦਾ ਤੇਲ ਨਹੀਂ ਜੇ ਉਹਨੂੰ ਨਜ਼ਰ ਆਇਆ ਸਾਊਦੀ ਅਰਬ ਵਿੱਚ। ਮਿਰਜ਼ਾ ਜੀ ਇਸੇ ਹਵਾਲੇ ਨਾਲ ਤੁਹਾਡੇ ਇੱਕ ਸਟੂਡੈਂਟ ਨੇ ਸਵਾਲ ਕੀਤਾ ਸੀ। ਉਹਨੇ ਸਵਾਲ ਕੀਤਾ ਜੀ ਕਿ ਮੈਂ ਮਿਰਜ਼ਾ ਸਾਹਿਬ ਦਾ ਕਲਿੱਪ ਵੇਖਿਆ, ਮੈਂ ਬੜਾ ਇੰਸਪਾਇਰ ਹੋਇਆ ਤੇ ਮੇਰੇ ਦਿਲ 'ਚ ਇੱਕ ਸਵਾਲ ਆ ਰਿਹਾ ਹੈ ਕਿ ਫਿਰ ਤੇਲ ਤੇ ਅੱਲਾਹ ਤਾਲਾ ਨੇ ਰਸੂਲullah ਨੂੰ ਵੀ ਵਿਖਾਇਆ। ਉਦੋਂ ਸਹਾਬਾ ਤੇ ਇੰਨਾ ਮੁਸ਼ਕਲ ਵਕਤ ਆਇਆ, ਸਾਰਾ ਕੁਝ ਹੋਇਆ, ਉਦੋਂ ਤੇਲ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਕਿ ਵੀ ਆ ਲਓ ਫੜੋ, ਤੁਸੀਂ ਜਿਹੜਾ ਨਾ ਤੇਲ ਵੇਚੋ ਤੇ ਅਮੀਰ ਹੋ ਜਾਓ ਤੇ ਇਸਲਾਮ ਦੇ ਹਵਾਲੇ ਨਾਲ ਕੰਮ ਕਰ ਲਓ।
ਹੁਣ ਉਹਨੂੰ ਉਸ ਟਾਈਮ ਦੇ ਉੱਪਰ ਤੇ ਖੈਰ ਗੁੱਸੇ ਦੇ ਨਾਲ ਮੈਂ ਵੀ ਕਹਿ ਦਿੱਤਾ ਕਿ ਜਾ ਕੇ ਆਪਣੇ ਅੱਬਾ ਜੀ ਕੋ ਪੁੱਛੋ, ਬਾਅਦ 'ਚ ਮੈਂ ਕੁਝ ਜਵਾਬ ਵੀ ਅਰਜ਼ ਕਰਤਾ ਉਹਨੂੰ। ਲੇਕਿਨ ਮਿਰਜ਼ਾ ਜੀ ਤੁਸੀਂ ਇਹ ਦੇਖੋ ਕਿ ਤੁਹਾਡੇ ਸਟੂਡੈਂਟਸ ਦੇ ਵਿੱਚ ਤੁਹਾਡੀਆਂ ਇਹਨਾਂ ਬੌਂਗੀਆਂ ਦੀ ਵਜ੍ਹਾ ਤੋਂ ਇਲਹਾਦ ਫੈਲ ਰਿਹਾ ਹੈ। ਤੁਹਾਨੂੰ ਲੱਗਦਾ ਕਿ ਮੈਂ ਬੜਾ ਕੋ ਤੁਰਮ ਖਾਨ ਜਿਹੜਾ ਨਾ ਉਹ ਕੋ ਪੁਆਇੰਟ ਕੱਢ ਕੇ ਮਾਰ ਦਿੱਤਾ ਤੇ ਅਸਲ 'ਚ ਅਗਲਾ ਜਿਹੜਾ ਸੋਚਦਾ ਦਿਮਾਗ ਹੈ ਉਹਦੇ 'ਚੋਂ ਹੋਰ ਨਤੀਜੇ ਕੱਢਦਾ ਹੈ। ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ? ਤੇ ਇਸ ਗੱਲ ਦੇ ਹਵਾਲੇ ਨਾਲ ਕਿਉਂਕਿ ਤੁਹਾਡਾ ਦਿਮਾਗ ਜਿਹੜਾ ਨਾ ਉਹ ਯੂਨੀਲੈਟਰਲ ਦਿਮਾਗ ਹੈ ਤੁਹਾਡਾ, ਮਲਟੀ ਡਾਇਮੈਂਸ਼ਨਲ ਤੁਹਾਡੀ ਸੋਚ ਨਹੀਂ ਹੈ। ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਸ ਗੱਲ ਦੇ ਹਵਾਲੇ ਨਾਲ ਕਿੱਥੇ ਕਿੱਥੇ ਜਾ ਕੇ ਸੱਟ ਵੱਜੇਗੀ ਤੇ ਕੀ ਕੀ ਜਿਹੜਾ ਨਾ ਉਹ ਇਸ ਗੱਲ ਦਾ ਅਸਰ ਆਏਗਾ। ਇਸ ਹਵਾਲੇ ਨਾਲ ਮਿਰਜ਼ਾ ਜੀ ਥੋੜਾ ਜਿਹਾ ਜ਼ਰਾ ਗੌਰ ਕਰਿਆ ਕਰੋ। ਇਲਹਾਦ ਦੇ ਪ੍ਰਮੋਟਰ ਨਾ ਬਣੋ, ਦੀਨੇ ਇਸਲਾਮ ਦੇ ਪ੍ਰਮੋਟਰ ਬਣੋ। ਹੁਣ ਕਿਉਂਕਿ ਮੈਂ ਸਵਾਲ ਚੁੱਕਿਆ ਹੈ ਤੇ ਮੈਂ ਉਹਦਾ ਜਵਾਬ ਵੀ ਜਿਹੜਾ ਨਾ ਉਹ ਅਰਜ਼ ਕਰ ਦਿੰਦਾ ਕਿ ਬਈ ਰਸੂਲੁल्लाह सल्लल्लाहु अलैहि वसल्लम ਦੇ ਜ਼ਮਾਨੇ ਅੱਥਰ ਦੇ ਵਿੱਚ ਤੇਲ ਨਹੀਂ ਨਿਕਲਿਆ। ਤੇ ਇੰਜ ਦੇ ਕਈ ਇਤਰਾਜ਼ ਮੁਲਹਿਦੀਨ ਵੀ ਕਰਦੇ ਨੇ, ਆਂਦੇ ਨੇ ਜੀ ਕਿ ਰਸੂਲੁल्लाह ਦੇ ਜ਼ਮਾਨੇ 'ਚ ਇਜਾਦਾਤ ਕਿਉਂ ਨਹੀਂ ਹੋਈਆਂ, ਇਜਾਦਾਤ ਬਾਅਦ ਦੇ ਵਿੱਚ ਕਿਉਂ ਹੋਈਆਂ। ਤੇ ਜਦੋਂ ਮਿਰਜ਼ਾ ਦੇ ਸਟੂਡੈਂਟ ਨੇ ਇਹੀ ਸਵਾਲ ਕੀਤਾ ਸੀ ਤੇ ਉਹਨਾਂ ਦੇ ਕੋਲੋਂ ਜਿਹੜੀ ਮੈਂ ਗੱਲ ਪੁੱਛੀ ਉਹ ਮੈਂ ਜ਼ਰਾ ਇੱਥੇ ਵੀ ਅਰਜ਼ ਕਰ ਦੇਣਾ। ਉਹਨਾਂ ਕੋਲੋਂ ਮੈਂ ਪੁੱਛਿਆ ਸੀ ਕਿ ਜਨਾਬ ਮੈਨੂੰ ਇਹ ਦੱਸੋ ਕਿ ਟੈਕਨੋ ਕੰਪਨੀ ਇੱਕ ਪਾਕਿਸਤਾਨ ਵਿੱਚ ਫੋਨ ਬਣਾਉਂਦੀ ਹੈ, ਟੈਕਨੋ ਕੰਪਨੀ ਦੀ ਇੱਜ਼ਤ, ਉਹਦੀ ਅਥਾਰਟੀ, ਉਹਦੀ ਪਾਵਰ ਜ਼ਿਆਦਾ ਹੈ ਜਾਂ ਪੀਟੀਏ ਦੀ ਜ਼ਿਆਦਾ ਹੈ? ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦੀ। ਆਂਦਾ ਜੀ ਕਿੰਨੀ ਗੱਲ ਹੈ, ਪੀਟੀਏ ਦੀ ਜ਼ਿਆਦਾ ਹੈ। ਮੈਂ ਕਿਹਾ ਜੀ ਪੀਟੀਏ ਦੀ ਕਿਉਂ ਜ਼ਿਆਦਾ? ਉਹ ਤੇ ਮੋਬਾਈਲ ਨਹੀਂ ਯਾਦ ਕਰਦੀ, ਇਹਦੀ ਕੀ ਵਜ੍ਹਾ? ਆਂਦੇ ਨੇ ਜੀ ਕਿ ਉਹ ਰੈਗੂਲੇਟਰੀ ਅਥਾਰਟੀ ਹੈ, ਉਹ ਰੈਗੂਲਰਾਈਜ਼ ਕਰਦੀ ਹੈ ਮੋਬਾਈਲ ਕਿੰਜ ਬਣਾਉਣਾ ਹੈ, ਕਿੰਜ ਨਹੀਂ ਬਣਾਉਣਾ, ਇੰਜ ਦਾ ਮੋਬਾਈਲ ਬਣ ਸਕਦਾ, ਇੰਜ ਦਾ ਨਹੀਂ ਬਣ ਸਕਦਾ, ਆਹ ਫੀਚਰ ਰੱਖੇ ਜਾ ਸਕਦੇ ਨੇ, ਆਹ ਫੀਚਰ ਨਹੀਂ ਰੱਖੇ ਜਾ ਸਕਦੇ, ਇੰਜ ਦਾ ਕੰਮ ਕੀਤਾ ਜਾ ਸਕਦਾ, ਇੰਜ ਦਾ ਕੰਮ ਨਹੀਂ ਕੀਤਾ ਜਾ ਸਕਦਾ। ਮੈਂ ਕਿਹਾ ਬਸ ਇਹੋ ਗੱਲ। ਰਸੂਲੁल्लाह सल्लल्लाहु अलैहि वसल्लम ਆਏ ਸਨ ਕਵਾਨੀਨ ਦੇਣ ਵਾਸਤੇ। ਰਸੂਲੁल्लाह सल्लल्लाहु अलैहि वसल्लम ਤਸ਼ਰੀਫ ਲਿਆਏ ਸਨ ਕਿ ਇਜਾਦਾਤ ਤੇ ਮੇਰੇ ਗੁਲਾਮ ਬੜੀਆਂ ਕਰਨਗੇ। ਮੈਂ ਆਇਆ ਤੁਹਾਨੂੰ ਕਾਨੂੰਨ ਦੇਣ ਵਾਸਤੇ ਕਿ ਇਜਾਦਾਤ ਹੋਣ ਤੇ ਤੁਸੀਂ ਜ਼ਿੰਦਗੀ ਕੱਢਣੀ ਕਿੰਜ ਹੈ। ਟੀਵੀ ਆ ਜਾਏਗਾ ਤੇ ਉੱਤੇ ਕੀ ਦੇਖਣਾ ਜਾਇਜ਼ ਹੈ, ਕੀ ਦੇਖਣਾ ਨਾਜਾਇਜ਼ ਹੈ। ਮੋਬਾਈਲ ਆ ਜਾਏਗਾ, ਕੀ ਦੇਖਣਾ ਜਾਇਜ਼ ਹੈ, ਕੀ ਦੇਖਣਾ ਨਾਜਾਇਜ਼ ਹੈ। ਗੱਡੀ ਆ ਜਾਏਗੀ, ਉਹਨੂੰ ਕਿੰਜ ਇਸਤੇਮਾਲ ਕਰਨਾ ਜਾਇਜ਼ ਹੈ ਤੇ ਕਿੰਜ ਇਸਤੇਮਾਲ ਕਰਨਾ ਨਾਜਾਇਜ਼ ਹੈ। ਇਸ ਵਜ੍ਹਾ ਤੋਂ ਰਸੂਲੁल्लाह सल्लल्लाहु अलैहि वसल्लम ਤਸ਼ਰੀਫ ਲਿਆਏ ਸਨ ਜ਼ਾਬਤਾ ਹਯਾਤ ਦੇਣ ਵਾਸਤੇ, ਫਲਸਫਾ ਜ਼ਿੰਦਗੀ ਸਮਝਾਉਣ ਵਾਸਤੇ। ਤੇ ਅੱਜ ਤੱਕ ਮਿਰਜ਼ਾ ਜੀ ਤੁਹਾਡਾ ਕੋਈ ਵੱਡਾ ਜਿਨ੍ਹਾਂ ਨੂੰ ਤੁਸੀਂ ਆਂਦੇ ਹੋ ਉਹਨਾਂ ਦੀ ਅਦਾਲਤ 'ਚ ਮੇਰਾ ਕੇਸ ਲੈ ਜਾਓ और जाए हमारा मुकदमा घोड़े की अदालत में ले जाए, ਅੱਜ ਤੱਕ ਉਹ ਫਲਸਫਾ ਹਯਾਤ ਵਾਜ਼ੇ ਨਹੀਂ ਕਰ ਸਕੇ। ਅੱਜ ਵੀ ਕੋਈ ਅੰਗਰੇਜ਼ ਵੀ ਅਗਰ ਕਿਤਾਬ ਲਿਖਦਾ ਜਿੰਜ ਕਿ ਮਾਈਕਲ ਹਾਰਟ ਨੇ ਲਿਖੀ ਸੀ 100 ਮੋਸਟ ਇਨਫਲੂਐਂਸ਼ੀਅਲ ਪੀਪਲ ਆਫ ਦਾ ਵਰਲਡ, ਉਹਦੇ ਵਿੱਚ ਉਹਨੇ ਮੇਰੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਸਭ ਤੋਂ ਪਹਿਲੇ ਨੰਬਰ ਉੱਤੇ ਰੱਖਿਆ। ਉਹਨੂੰ ਨਹੀਂ ਨਜ਼ਰ ਆਇਆ ਇਜਾਦਾਤ ਨਹੀਂ ਹੋਈਆਂ, ਉਹਨੂੰ ਨਹੀਂ ਨਜ਼ਰ ਆਇਆ ਤੇਲ ਨਹੀਂ ਨਿਕਲਿਆ। ਗੱਲ ਕੀ ਹੈ? ਗੱਲ ਇਹ ਵੇ ਕਿ ਇਜਾਦਾਤ ਕਰਨਾ ਛੋਟੀ ਚੀਜ਼ ਹੈ। ਇਜਾਦਾਤ ਦੇ ਹਵਾਲੇ ਨਾਲ ਦੱਸ ਦੇਣਾ ਕਿ ਇਜਾਦਾਤ ਹੋਣੀਆਂ ਤੇ ਕਰਨਾ ਕਿੰਜ, ਜ਼ਿੰਦਗੀ ਕੱਢਣੀ ਕਿੰਜ, ਜ਼ਿੰਦਗੀ ਲਗਾਉਣੀ ਕਿੰਜ, ਡਿਪਰੈਸ਼ਨ ਹੋਏ ਤੇ ਕਿੰਜ ਜ਼ਿੰਦਗੀ ਕੱਢਣੀ ਹੈ, ਬੱਚਿਆਂ ਦੇ ਨਾਲ ਕਿੰਜ ਜ਼ਿੰਦਗੀ ਕੱਢਣੀ ਹੈ, ਬੀਵੀ ਦੇ ਨਾਲ ਕਿੰਜ ਜ਼ਿੰਦਗੀ ਕੱਢਣੀ ਹੈ, ਬਾਦਸ਼ਾਹ ਉਹ ਤਾਂ ਕਿੰਜ ਜ਼ਿੰਦਗੀ ਕੱਢਣੀ ਹੈ। ਇਹ ਸਾਰੀ ਦੀਆਂ ਸਾਰੀਆਂ ਗੱਲਾਂ ਦੱਸਣਾ ਇਹ ਅਸਲ ਹੈ। ਇਜਾਦਾਤ ਅਸਲ ਕੋਈ ਨਹੀਂ, ਇਜਾਦਾਤ ਤੇ ਮੁਸਤਫਾ ਕਰੀਮ ਦੇ ਗੁਲਾਮਾਂ ਨੇ ਬੜੀਆਂ ਕੀਤੀਆਂ ਨੇ। ਲੇਕਿਨ ਇੱਕ ਚੀਜ਼ ਬਾਹਰ ਸੂਰਤ ਜ਼ਿਹਨ 'ਚ ਰੱਖਣ ਦੀ ਹੈ ਕਿ ਰਸੂਲੁल्लाह सल्लल्लाहु अलैहि वसल्लम ਦਾ ਇੰਟੈਲੈਕਚੁਅਲ ਲੈਵਲ, ਉਹਨਾਂ ਦੇ ਸੋਚਣ ਦਾ ਅੰਦਾਜ਼ ਤੇ ਅੱਲਾਹ ਤਾਲਾ ਦੀ ਤਰਫੋਂ ਅਤਾ ਕੀਤੀ ਹੋਈ ਜ਼ਹਾਨਤ ਇੰਨੀ ਜ਼ਿਆਦਾ ਸੀ ਕਿ ਰਸੂਲੁल्लाह सल्लल्लाहु अलैहि वसल्लम ਦੇ ਫਰਾਮੀਨ ਦੇ ਹਵਾਲੇ ਨਾਲ ਅੱਜ ਸਾਇੰਸ ਪਈ ਦੱਸਦੀ ਹੈ ਕਿ ਆਹ ਗੱਲ ਵੀ ਦੇਖੋ 1400 ਸਾਲ ਪਹਿਲੇ ਫਰਮਾ ਗਏ ਸੀ, ਆਹ ਗੱਲ ਵੀ 1400 ਸਾਲ ਪਹਿਲੇ ਫਰਮਾ ਗਏ ਸੀ, ਆਹ ਗੱਲ ਵੀ ਇੰਨਾ ਅਰਸਾ ਪਹਿਲਾਂ ਜਿਹੜਾ ਉਹ ਅੱਲਾਹ ਦੇ ਨਬੀ ਨੇ ਦੱਸ ਦਿੱਤੀ ਸੀ। ਉਹ ਅੱਜ ਸਾਇੰਸ ਉਹਨਾਂ ਦੀਆਂ ਤਸਦੀਕਾਂ ਵੀ ਕਰਦੀ ਹੈ। ਤੇ ਜੇ ਉਹਦੇ ਵੱਲ ਨੂੰ ਚਲੇ ਗਏ ਸੀ ਤੇ ਸ਼ਾਇਦ ਅਗਲਾ ਘੰਟਾ ਜਿਹੜਾ ਪਤਾ ਕਿਤਨੇ ਘੰਟੇ ਜਿਹੜੇ ਨੇ ਇਸੇ ਗੱਲ ਦੇ ਉੱਤੇ ਲੱਗ ਜਾਣਗੇ ਕਿ ਕਿਹੜੀ ਕਿਹੜੀ ਚੀਜ਼, ਕਿਹੜਾ ਕਿਹੜਾ ਫਰਮਾਨੇ ਰਸੂਲ ਸੀ ਜਿਹਨੂੰ ਅੱਜ ਸਾਇੰਸ ਮੰਨੀ ਖੜੀ ਹੈ ਕਿ ਵੀ 1400 ਸਾਲ ਪਹਿਲੇ। ਅੱਜ ਅਸੀਂ ਇੰਨੀ ਰਿਸਰਚ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਕੈਸੀ ਉਹ ਸ਼ਖਸੀਅਤ ਹੋ ਸੀ ਜਿਨ੍ਹਾਂ ਨੇ 1400 ਸਾਲ ਪਹਿਲੇ ਜਿਹੜਾ ਇਹ ਨਤੀਜੇ ਕੱਢ ਕੇ ਤੇ ਸਾਡੇ ਸਾਹਮਣੇ ਰੱਖੇ ਖੜੇ ਨੇ। ਤੇ ਗੱਲ ਨੂੰ ਅਗਰ ਅਸੀਂ ਮੁੱਕਦੀ ਤੇ ਗੱਲ ਇੱਥੇ ਮੁੱਕਦੀ ਹੈ ਕਿ ਕਰਾਮਾਤ ਹੁੰਦੀਆਂ ਨੇ। ਕੁਰਾਨੋ ਹਦੀਸ ਤੋਂ ਇਹਦਾ ਸਬੂਤ ਹੈ। ਇਸ ਅੰਦਾਜ਼ ਮਿਰਜ਼ਾ ਜੀ ਜਿਵੇਂ ਤੁਸੀਂ ਇਨਕਾਰ ਕਰਦੇ ਹੋ ਇੰਜ ਨਹੀਂ ਕਰਨਾ ਚਾਹੀਦਾ। ਤੇ ਇਸ ਅੰਦਾਜ਼ ਨਾਲ ਗੱਲਾਂ ਬਣਾ ਕੇ ਆਪਣੇ ਕੋਲੋਂ ਲਾਣੀਆਂ ਵੀ ਨਹੀਂ ਚਾਹੀਦੀਆਂ ਲੋਕਾਂ ਦੇ ਉੱਪਰ। ਹਾਂ, ਰਹੀ ਗੱਲ ਇਹ ਕਿ ਤੁਸੀਂ ਕਰਾਮਤ ਦਾ ਇਨਕਾਰ ਕਰਨ ਵਾਸਤੇ ਬੜੇ ਅਜੀਬੋ-ਗਰੀਬ ਕਿਸਮ ਦੇ ਹੀਲੇ ਬਹਾਨੇ ਕਰਦੇ ਹੋ। ਜੇ ਕੋਈ ਕਰਾਮਤ ਕਿਸੇ ਵਲੀ ਤੋਂ ਸਾਬਤ ਹੋਏ ਤਾਂ ਤੁਸੀਂ ਆਖੋਗੇ ਸਹਾਬਾ ਤੋਂ ਕਿਉਂ ਨਹੀਂ ਹੋਈ, ਸਹਾਬਾ ਤੋਂ ਸਾਬਤ ਹੋ ਜਾਏ ਤੇ ਫਿਰ ਤੁਸੀਂ ਆਖੋਗੇ ਰਸੂਲullah ਤੋਂ ਕਿਉਂ ਨਹੀਂ ਹੋਈ। ਇਦਾਂ ਦੇ ਜਿਹੜੇ ਤੁਸੀਂ ਸਵਾਲ ਕਰਦੇ ਹੋ ਉਹਦੇ ਹਵਾਲੇ ਨਾਲ ਇਨਸ਼ਾਅੱਲਾ ਇੱਕ ਮੁਸਤਕਿਲ ਅਲੱਗਾ ਤੋਂ ਕਲਿੱਪ ਜਿਹੜਾ ਨਾ ਉਹਨੂੰ ਅਪਲੋਡ ਕੀਤਾ ਜਾਏਗਾ। ਅਸੀਂ ਤੇ ਇਹ ਅੰਦਾਜ਼ਾ ਕਰ ਲਓ ਕਿ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ ਮੂਜਿਜ਼ਿਆਂ ਦੇ ਵਿੱਚੋਂ ਇੱਕ ਮੂਜਿਜ਼ਾ ਇਲਮੇ ਗੈਬ, ਉਸ ਇਲਮੇ ਗੈਬ ਦੇ ਹਵਾਲੇ ਨਾਲ ਵੀ ਅਸੀਂ ਇਹ ਅਕੀਦਾ ਨਹੀਂ ਰੱਖਦੇ ਕਿ ਰਸੂਲullah ਹਰ ਟਾਈਮ ਹਰ ਚੀਜ਼ ਦੇ ਹਰ ਗੋਸ਼ੇ ਦੇ ਹਵਾਲੇ ਨਾਲ ਮੁਤਵੱਜੇ ਹੁੰਦੇ ਨੇ। ਐਨ ਮੁਮਕਿਨ ਹੈ ਕਿ ਇਲਮ ਹੋਏ ਰਸੂਲullah ਨੂੰ ਲੇਕਿਨ ਤਵੱਜੋ ਉਸ ਤਰਫ ਨਾ ਹੋਏ। ਲੇਕਿਨ ਇਹ ਹੋ ਸਕਦਾ ਹੈ ਕਿ ਸਰਕਾਰ ਦਾ ਕਿਸੇ ਵਕਤ ਕਿਸੇ ਪਾਸੇ ਧਿਆਨ ਨਾ ਹੋਵੇ, ਇਹ ਹੋ ਸਕਦਾ क्योंकि वो महबूद है, सरकार अब्द ने, महबूद नहीं। पुत्र तेरा ना की है?
ਅਬਦੁਲ ਸੱਤਾਰ ਕੀ ਕਰਦਾ ਹੈ? ਦੁਕਾਨ ਹੈ। ਅੱਬਾ ਜੀ ਦਾ ਕੀ ਨਾਂ ਹੈ? ਮੁਹੰਮਦ ਸ਼ਫੀ। ਗੱਲ ਪੁੱਛਦਾ ਤੇਰੇ ਕੋਲੋਂ, ਜਦੋਂ ਮੈਂ ਤੇਰੇ ਕੋਲੋਂ ਤੇਰੇ ਅੱਬਾ ਜੀ ਦਾ ਨਾਂ ਪੁੱਛਿਆ ਸੀ, ਉਸ ਵੇਲੇ ਤੇਰਾ ਧਿਆਨ ਮੇਰੇ ਵੱਲ ਸੀ ਜਾਂ ਅੱਬਾ ਜੀ ਵੱਲ ਸੀ? ਮੇਰੇ ਵੱਲ ਸੀ। ਹਾਂ, ਮੇਰੇ ਵੱਲ ਸੀ ਨਾ ਧਿਆਨ। ਅੱਬਾ ਜੀ ਦਾ ਇਲਮ ਹੈ ਸੀ ਪਰ ਧਿਆਨ ਨਹੀਂ ਸੀ। ਇਸ ਤਰ੍ਹਾਂ ਇਹ ਹੋ ਸਕਦਾ ਸਰਕਾਰ ਨੂੰ ਕਿਸੇ ਸ਼ੈ ਦਾ ਇਲਮ ਹੋਵੇ ਲੇਕਿਨ ਉਸ ਵੇਲੇ ਧਿਆਨ ਉਸ ਪਾਸੇ ਨਾ ਹੋਵੇ। ਇਹ ਹੋ ਸਕਦਾ ਹੈ। ਅੱਲਾ ਦੇ ਬਾਰੇ ਤਸੱਵੁਰ ਵੀ ਨਹੀਂ ਕੀਤਾ ਜਾ ਸਕਦਾ। ਤੇ ਜਦੋਂ ਅਸੀਂ ਰਸੂਲੁल्लाह ਸੱਲੱਲਾਹੁ ਅਲੈहि ਵਸੱਲਮ ਦੇ ਹਵਾਲੇ ਨਾਲ ਇਹ ਕੀਦਾ ਰੱਖਦੇ ਹਾਂ ਕਿ ਹੋ ਸਕਦਾ ਹੈ ਕਿਸੇ ਸ਼ੈ ਦੇ ਕਿਸੇ ਗੋਸ਼ੇ ਦੇ ਹਵਾਲੇ ਨਾਲ ਕਿਸੇ ਮੌਕੇ ਤੇ ਰਸੂਲਾਂ ਦੀ ਤਵੱਜਾ ਨਾ ਹੋਏ, ਤੇ ਫਿਰ ਕੁਜਾ ਇਹ ਕਿ ਵਲੀਆਂ ਦੇ ਹਵਾਲੇ ਨਾਲ ਇਹ ਗੱਲਾਂ ਕਰਨੀਆਂ ਜਿਹੜੀਆਂ ਤੁਸੀਂ ਬਸ ਸਵਾਲ ਚੁੱਕਦੇ ਹੋ, ਕਿਉਂਕਿ ਇਹ ਖਾਲਿਸਤਨ ਅੱਲਾਹ ਪਾਕ ਦੀ ਸ਼ਾਨ ਹੈ ਕਿ ਹਰ ਟਾਈਮ, ਹਰ ਲਮਹਾ, ਹਰ ਸ਼ੈ ਦੇ ਹਰ ਐਂਗਲ ਤੋਂ, ਹਰ ਲਿਹਾਜ਼ ਨਾਲ ਇਲਮ ਰੱਖਣਾ ਉਹ ਮੇਰੇ ਖਾਲਿਕ ਦੀ ਤੇ ਮੇਰੇ ਮਾਲਿਕ ਦੀ ਸ਼ਾਨ। ਫਿਰ ਮਿਰਜ਼ਾ ਦਾ ਬੜਾ ਹੀ ਸ਼ੋਹਰਾ ਫਾਕ ਇਤਰਾਜ਼ ਜੀ, ਮੈਂ ਮਕੈਨੀਕਲ ਇੰਜੀਨੀਅਰਿੰਗ ਦਾ ਫਾਰਮੂਲਾ ਲਿਖ ਦੇਣਾ, ਇਹ ਉੱਤੋਂ ਵੇਖ ਕੇ ਪੜ੍ਹ ਕੇ ਦਿਖਾ ਦੇਣਾ। ਲਿਆਣ ਬਾਬਾ ਮੈਂ ਮਕੈਨੀਕਲ ਇੰਜੀਨੀਅਰਿੰਗ ਦਾ ਫਾਰਮੂਲਾ ਲਿਖ ਕੇ ਦੇਣਾ, ਵੇਖ ਕੇ ਪੜ੍ਹ ਕੇ ਦੱਸ ਦੇ। ਔਰ ਬੁੱਢਾ ਆਇਆ ਤੇ ਐਨਕ ਤੋਂ ਬਗੈਰ ਵੀ ਨਹੀਂ ਪੜ੍ਹ ਸਕਦੇ। ਸਮਝਣਾ ਤੇ ਛੱਡ ਦਿਓ, ਸਮਝਾਣਾ ਦੇ ਇਹਨਾਂ ਦੇ ਡੋਮੇਨ ਤੋਂ ਹੀ ਬਾਹਰ ਹੈ ਇਹ ਗੱਲ। ਹੁਜ਼ੂਰੇ ਵਾਲਾ ਕਿਹੜੇ ਬਾਬੇ ਨੇ ਆਖਿਆ ਕਿ ਮੈਂ ਮਕੈਨੀਕਲ ਇੰਜੀਨੀਅਰਿੰਗ ਦੇ ਫਾਰਮੂਲੇ ਪੜਾਂਗਾ? ਹਾਂ, ਇਹ ਜ਼ਰੂਰ ਹੈ ਕਿ ਉਹ ਦਿਲਾਂ ਨੂੰ ਪਾਕ ਕਰਦੇ ਨੇ, ਦਿਲਾਂ ਦੇ ਵਿੱਚੋਂ ਕਦੂਰਤਾਂ, ਦਿਲਾਂ ਦੇ ਵਿੱਚੋਂ ਗੁਨਾਹ ਦੀਆਂ ਜਿਹੜੀਆਂ ਅਟਰੈਕਸ਼ਨਾਂ ਨੇ ਉਹ ਕੱਢ ਦਿੰਦੇ ਨੇ, ਉਹ ਪਾਕ ਕਰਦੇ ਨੇ ਬੰਦੇ ਨੂੰ। ਉਹ ਦੁਨਿਆਵੀ ਜਿਹੜੀ ਲਜ਼ਤਾਂ ਨੇ, ਦੁਨਿਆਵੀ ਜਿਹੜੀਆਂ ਅਟਰੈਕਸ਼ਨਾਂ ਨੇ, ਦੁਨਿਆਵੀ ਜਿਹੜੇ ਗੁਨਾਹ ਨੇ, ਉਹਨਾਂ ਦੇ ਵਿੱਚ ਜਿਹੜਾ ਬੰਦਾ ਖੁੱਬਿਆ ਰਹਿੰਦਾ ਉਹ ਅੱਲਾ ਦੇ ਵਲੀ ਉਹਨੂੰ ਕੱਢ ਦਿੰਦੇ ਨੇ ਉਹਦੇ ਵਿੱਚੋਂ, ਤੇ ਉਹਨੂੰ ਅੱਲਾ ਦੀ ਰਾਹ ਉੱਤੇ ਲਾ ਦਿੰਦੇ। ਇਹ ਤਾਂ ਉਹਨਾਂ ਦਾ ਕੰਮ ਹੈ। ਕਿਹੜੇ ਬੰਦੇ ਆਖਿਆ ਜੀ ਅਸੀਂ ਮਕੈਨੀਕਲ ਇੰਜੀਨੀਅਰਿੰਗ ਦੇ ਫਾਰਮੂਲੇ ਪੜਾਂਗੇ? ਹਾਂ, ਮਕੈਨੀਕਲ ਇੰਜੀਨੀਅਰਿੰਗ ਦੀ ਬੇਸ ਦੇ ਵਿੱਚ ਜੇ ਤੂੰ ਜਾਏਗਾ ਉੱਥੇ ਤੈਨੂੰ ਜ਼ਰੂਰ ਬਾਬੇ ਨਜ਼ਰ ਆ ਜਾਣਗੇ। ਜੇ ਤੂੰ ਆਖਦਾ ਪਿਆ ਸੀ ਨਾ ਕਿ ਐਨਕਾਂ ਜਿਹੜੀਆਂ ਨੇ ਅੰਗਰੇਜ਼ਾਂ ਨੇ ਬਣਾਈਆਂ ਨੇ, ਅੰਗਰੇਜ਼ ਦੀ ਐਨਕ ਤੇ ਅੰਗਰੇਜ਼ ਦਾ ਕੈਮਰਾ, ਉੱਥੇ ਅਸੀਂ ਬਾਬਾ ਸਾਬਿਤ ਕਰ ਦਿੱਤਾ ਕਿ ਇਬਨੁਲ ਹੈਸਮ ਜਿਹੜੇ ਸਨ ਉਹਨਾਂ ਨੇ ਸਾਰੀ ਦੀ ਸਾਰੀ ਜਿਹੜੀਆਂ ਇਜਾਦਾਤ ਕੀਤੀਆਂ, ਵਿਜ਼ਨ ਥਿਊਰੀ ਨੂੰ ਉਹਨਾਂ ਨੇ ਬਿਆਨ ਕੀਤਾ। ਤੇ ਇੰਜ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਵੀ ਥੱਲੇ ਨੂੰ ਜਾਓਗੇ ਤਾਂ ਨਿਕਲ ਮੁਸਲਮਾਨ ਹੀ ਆਣੇ ਨੇ। ਖੈਰ, ਇਹਦੇ ਤੋਂ ਬਾਅਦ ਮਿਰਜ਼ਾ ਜੀ ਗੱਲ ਇਹ ਵੇ ਕਿ ਮਕੈਨੀਕਲ ਇੰਜੀਨੀਅਰਿੰਗ ਦਾ ਫਾਰਮੂਲਾ ਉਹਦੇ ਲਈ ਪੜ੍ਹਨਾ ਜ਼ਰੂਰੀ ਹੈ ਜਿਹੜਾ ਆਖੇ ਮੈਂ ਮਕੈਨੀਕਲ ਇੰਜੀਨੀਅਰਿੰਗ ਦਾ ਪ੍ਰੋਫੈਸ਼ਨਲ ਹਾਂ, ਲੇਕਿਨ ਤੂੰ ਆਪਣੇ ਆਪ ਨੂੰ ਮਜ਼ਹਬੀ ਸਕਾਲਰ ਆਖਣ ਦੇ ਬਾਵਜੂਦ ਤੈਨੂੰ ਤਾਂ ਮਿਰਜ਼ਾ ਕੁਰਾਨ ਸਹੀ ਤਰੀਕੇ ਨਾਲ ਪੜ੍ਹਨਾ ਨਹੀਂ ਆਉਂਦਾ, ਉੱਤੋਂ ਦੇਖ ਕੇ ਤੇਰੇ ਕੋਲੋਂ ਕੁਰਾਨ ਨਹੀਂ ਸਹੀ ਪੜ੍ਹਿਆ ਜਾਂਦਾ। ਇਹਦੇ ਨਾਲ ਨਾਲ ਮਿਰਜ਼ਾ ਸਾਹਿਬ ਤੁਸੀਂ ਤਰਜਮੇ ਦੇ ਵਿੱਚ ਇਤਨੀਆਂ ਬੜੀਆਂ ਗਲਤੀਆਂ ਕਰ ਦਿੰਦੇ ਹੋ। ਤਰਜਮਾ ਬਣਦਾ ਕੁਛ ਹੁੰਦਾ, ਉਹਦਾ ਬਿਲਕੁਲ ਉਲਟ ਤਰਜਮਾ ਕਰ ਦਿੰਦੇ ਹੋ। ਇਸ ਵਜ੍ਹਾ ਤੋਂ ਥੋੜਾ ਜਿਹਾ ਇਸ ਚੀਜ਼ ਦੇ ਹਵਾਲੇ ਨਾਲ ਗੌਰ ਫਰਮਾਓ, ਥੋੜਾ ਜਿਹਾ ਇਸ ਐਂਗਲ ਦੇ ਨਾਲ ਵੀ ਚੀਜ਼ਾਂ ਨੂੰ ਸੋਚੋ। ਲਓ ਜੀ, ਆਖਿਰ ਤੇ ਟਾਈਮ ਹੋ ਗਿਆ ਹੁਣ ਮਿਰਜ਼ਾ ਸਾਹਿਬ ਵਾਸਤੇ ਫੱਕੀਆਂ ਦਾ। ਮਿਰਜ਼ਾ ਇੰਜੀਨੀਅਰ ਆਪ ਇੱਕ ਆਸਟ੍ਰੇਲੀਅਨ ਮੁਸਲਿਮ ਦੀਆਂ ਕਰਾਮਤਾਂ ਬਿਆਨ ਕਰਦੇ ਹੋਏ ਆਂਦੇ ਨੇ ਕਿ ਜਨਾਬ ਉਹ ਫੁੱਲ ਸਪੀਡ ਤੇ ਡਰਾਈਵਿੰਗ ਕਰ ਰਿਹਾ ਸੀ, ਉਹਨੇ ਅਚਾਨਕ ਦੇਖਿਆ ਕਿ ਟਰੱਕ ਆ ਗਿਆ, ਉਹਨੇ ਅੱਖਾਂ ਬੰਦ ਕਰ ਲਈਆਂ ਤੇ ਜਨਾਬ ਗੱਡੀ ਲੰਘ ਗਈ, ਉਹਨੂੰ ਕੁਝ ਵੀ ਨਹੀਂ ਹੋਇਆ। एक ऑस्ट्रेलियन न्यू मुस्लिम बताता है कि मैं, बड़ी लंबी स्टोरी है उसकी, वो कहता है मेरी ज़िंदगी में 2-3 ऐसे वाक़यात ऊपर तले हुए जिससे मुझे यकीन हुआ कि ज़िंदगी मौत का मालिक अल्लाह है। वो क्रिश्चियन था तो बाद में मुसलमान हुआ। वो कहता है जी एक मेरी ज़िंदगी में वाक़या ये हुआ कि मैं यानी ड्राइविंग कर रहा था, फुल स्पीड पे जा रहा था, टीन एज में, और कहता है सामने से एक ट्रक आ गया अचानक। तो कहता है मैंने आंखें बंद कर ली कि बस अब तो आखिरी वक्त है। कहता है ट्रक गुजर गया, मुझे कुछ भी नहीं हुआ। कहता है मुझे नहीं पता ये कैसे हुआ, ना मैंने स्टीयरिंग मोड़ा ना कुछ हुआ। ਤੇ ਮਿਰਜ਼ਾ ਜੀ ਕਿਉਂ ਨਾ ਇੰਜ ਦਾ ਤਜਰਬਾ ਅਸੀਂ ਤੁਹਾਡੇ ਉੱਤੇ ਵੀ ਕਰੀਏ, ਸ਼ਾਇਦ ਤੁਹਾਡੀ ਵੀ ਕਰਾਮਤ ਸਾਬਤ ਹੋ ਜਾਏ ਤੇ ਜਿਹੜੀ ਤੁਸੀਂ ਆਪਣੀ ਬਜ਼ੁਰਗੀ ਤੇ ਲਾਨਤ ਪਾਈ ਹੈ ਉਹ ਵਾਪਸ ਹੋ ਜਾਏ। मेरी बुजुर्गी पे लानत हो। ਇਹਦੇ ਨਾਲ ਨਾਲ ਉਸੇ ਬੰਦੇ ਦੀ ਕਰਾਮਤ ਬਿਆਨ ਕਰਦੇ ਹੋਏ ਮਿਰਜ਼ਾ ਸਾਹਿਬ ਆਂਦੇ ਨੇ ਕਿ ਏਟੀਐਮ ਦੇ ਵਿੱਚੋਂ ਗਿਆ, ਇੱਕ ਡਾਕੂ ਆਇਆ, ਉਹਨੇ ਉਹਦੇ ਤੇ ਫਾਇਰ ਕੀਤੇ ਲੇਕਿਨ ਇੱਕ ਵੀ ਫਾਇਰ ਨਹੀਂ ਚੱਲਿਆ। फिर कहता है कुछ दिनों बाद मैं एक एटीएम मशीन के ऊपर पैसे निकालने के लिए गया तो वहाँ पे कोई बंदा अंदर घुसा हुआ था, उसने यहाँ पे रिवाल्वर रखी और मुझसे पैसे मांगे। तो कहता है मैंने उसको पैसे नहीं दिए तो उसने वो पिस्टल चलाई। कहता है उसने चलाई तो गोली निकली, दूसरी तीसरी चौथी पांचवी, उस गोली निकली नहीं। ਮਿਰਜ਼ਾ ਜੀ ਇਹ ਮੌਕਾ ਵੀ ਕਿਤੇ ਤੁਸੀਂ ਸਾਨੂੰ ਦਿਓ ਨਾ ਤੇ ਮਜ਼ਾ ਆ ਜਾਏਗਾ, ਯਕੀਨ ਜਾਣੋ ਐਨ ਮੁਮਕਿਨ ਹੈ ਤੁਹਾਡੀ ਕਰਾਮਤ ਸਾਬਤ ਹੋ ਜਾਏ। ਇਹਦੇ ਨਾਲ ਨਾਲ ਮਿਰਜ਼ਾ ਸਾਹਿਬ ਆਪ ਆਂਦੇ ਨੇ ਇੱਕ ਜਗ੍ਹਾ ਕੁਰਾਨ ਮਜੀਦ ਖੋਲਦੇ ਨੇ ਤੇ ਐਗਜ਼ੈਕਟ ਉਸੇ ਜਗ੍ਹਾ ਤੋਂ ਕੁਰਾਨ ਮਜੀਦ ਖੁੱਲ ਜਾਂਦਾ ਜਿਸ ਜਗ੍ਹਾ ਤੇ ਮਿਰਜ਼ਾ ਸਾਹਿਬ ਨੇ ਪੜ੍ਹਨਾ ਹੁੰਦਾ ਤੇ ਮਿਰਜ਼ਾ ਜੀ ਉਹਦੇ ਤੋਂ ਬਾਅਦ ਆਂਦੇ ਨੇ, ਲੋ ਜੀ ਇਹਨੂੰ ਕਹਿੰਦੇ ਨੇ ਜਾਇਜ਼ ਕਰਾਮਤ। वो आयत कुरान हकीम में सूरतुल बकरा की है, आयत नंबर 62। अब ये देखें, ये होती है करामत। मैंने कोई निशान नहीं लगाया हुआ था, डायरेक्ट मैंने खोली है तो वही आयत खुल गई है। इसको कहते हैं करामत। ये जायज करामत जो हम जिसको करामत मानते हैं।
ਤੇ ਮਿਰਜ਼ਾ ਜੀ ਹੁਣ ਇੱਕ ਗੱਲ ਦੱਸੋ, ਅਗਰ ਅਸੀਂ ਤੁਹਾਡੇ ਤੇ ਕੈਮਰੇ ਲਗਵਾ ਲਈਏ, ਟੀਵੀ ਤੇ ਲਾਈਵ ਚਲਾਈਏ, ਆਪਣੇ 2 ਹਾਫਜ਼ ਬਿਠਾ ਲਈਏ, 3 ਤੋਂ 4 ਆਇਤਾਂ ਤੁਹਾਨੂੰ ਕਹਿਣਗੇ, ਉਹ ਤੁਸੀਂ ਇੰਜ ਕੱਢ ਦੇਣੀਆਂ ਨੇ। ਅਗਰ ਤੁਸੀਂ ਕੱਢ ਦੋ ਤੇ ਯਕੀਨ ਜਾਣੋ ਉਸ ਸੂਰਤ ਦੇ ਵਿੱਚ ਵੀ ਜਿਹੜੀ ਤੁਸੀਂ ਆਪਣੀ ਬਜ਼ੁਰਗੀ ਤੇ ਲਾਨਤ ਪਾਈਏ ਨਾ, मेरी बुजुर्गी पे लानत हो। ਉਹ ਲਾਨਤ ਵਾਪਸ ਹੋ ਜਾਏਗੀ। ਆਖਿਰ ਤੇ ਮਿਰਜ਼ਾ ਦੇ ਸਟੂਡੈਂਟਸ ਵਾਸਤੇ ਛੋਟੀ ਜੀ ਗੁਜ਼ਾਰਿਸ਼, ਮਿਰਜ਼ਾ ਜੀ ਤੁਹਾਡੇ ਵਾਸਤੇ, ਕਿ ਗੱਲ ਨੂੰ ਬਿਆਨ ਕਰਨ ਤੋਂ ਪਹਿਲੇ ਉਹਦੇ ਐਂਗਲ ਵੇਖ ਲਿਆ ਕਰੋ ਕਿ ਕੋਈ ਦਿਮਾਗ ਉਹਦਾ ਕੀ ਨਤੀਜਾ ਕੱਢ ਸਕਦਾ। ਤੇ ਮਿਰਜ਼ਾ ਦੇ ਸਟੂਡੈਂਟਸ, ਉਹਨਾਂ ਵਾਸਤੇ ਗੁਜ਼ਾਰਿਸ਼ ਇਹ ਵੇ ਕਿ ਐਵੇਂ ਇਹਦੇ ਨਾਲ ਰਹੋਗੇ ਤੇ ਬਜਾਏ ਤੁਸੀਂ ਦੀਨ ਦੇ ਕੋਲ ਹੋਣ ਦੇ ਇਲਹਾਦ ਦੇ ਨੇੜੇ ਹੁੰਦੇ ਰਹੋਗੇ। ਇਸ ਬੰਦੇ ਤੋਂ ਜਾਨ ਛੁਡਾ ਲਓ, ਐਨ ਮੁਮਕਿਨ ਹੈ ਲੋਕੀ ਇਹਦੀ ਜਾਨ ਛੱਡਣ ਤੇ ਸ਼ਾਇਦ ਇਹਦੇ ਦਿਮਾਗ ਦੀ ਖਿੜਕੀ ਹਿੱਲੇ ਤੇ ਇਹਨੂੰ ਹਦਾਇਤ ਆ। दीन की बात फैलाना सदका जारिया है, सवाब की नीयत से वीडियो को शेयर ज़रूर कीजिए। जज़ाकल्लाह।